ਵਾਹਿਗੁਰੂ ਸਾਹਿਬ ਜੀ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੁਇ ਕਾਰ ਚਲਾਵਹਿ, ਲਿਖੈ ਆਵਹਿ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਆਪਣੀ ਚਰਨ ਸ਼ਰਨ ਸਾਨੂੰ ਬਖਸ਼ੀ ਹੈ ਮਹਾਰਾਜ ਨੇ, ਔਰ ਬੜੀ ਪ੍ਰੀਤ ਨਾਲ, ਬੜੇ ਨੇਮ ਦੇ ਨਾਲ ਗੁਰਸ਼ਬਦ ਵਿਚਾਰ ਆਪ ਜੀ ਸੁਣ ਰਹੇ ਹੋ। ਜਪਜੀ ਸਾਹਿਬ ਜੀ ਦੀ ਇਹ ਪਵਿੱਤਰ ਪੌੜੀ 29ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਜਿੱਥੇ ਸ਼ਬਦ ਆਪ ਜੀ ਸੁਣ ਰਹੇ ਹੋ ਜਪਜੀ ਸਾਹਿਬ ਜੀ ਵਿੱਚੋਂ, ਉੱਥੇ ਅੱਜ ਬੜਾ ਮਹਾਨ ਮੁਕੱਦਸ ਇਤਿਹਾਸਕ ਦਿਹਾੜਾ ਹੈ। ਸਤਿਗੁਰੂ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ, ਭਾਵਨਾ ਨਾਲ ਸਿੱਖ ਸੰਗਤਾਂ ਮਨਾ ਰਹੀਆਂ। ਸਾਧ ਸੰਗਤ, ਗੁਰਬਾਣੀ ਦੇ ਚਾਨਣ ਵਿੱਚ ਗੁਰੂ ਸਾਹਿਬ ਜੀ ਦੀ ਕਥਨੀ ਤੇ ਕਰਨੀ ਦੋਨਾਂ ਦੀ ਵਿਚਾਰ ਬਹੁਤ ਲੋੜੀਂਦੀ ਹੈ। ਕੀ ਅਮਲ ਸਨ, ਕਿਸ ਤਰ੍ਹਾਂ ਮਹਾਰਾਜ ਜੀ ਨੇ ਸੰਸਾਰੀ ਜੀਵਨ ਜੀਉ ਕੇ ਗ੍ਰਸਤੀ ਦੇ ਫਰਜ਼ ਨਿਭਾਉਂਦਿਆਂ ਹੋਇਆਂ ਸਮਾਜ ਦੀਆਂ ਔਕੜਾਂ ਮੁਸ਼ਕਲਾਂ, ਅੱਜ ਬੰਦਾ ਮਾਨਸਿਕ ਤੌਰ ਤੇ ਹਾਰ ਜਾਂਦਾ ਹੈ। ਬਹੁਤ ਸਾਰੇ ਲੋਕ ਪਹਾੜ ਵਰਗੇ ਸਾਹਮਣੇ ਖੜੇ ਦੁੱਖਾਂ ਨੂੰ ਵੇਖ ਕੇ ਘਬਰਾ ਜਾਂਦਾ ਹੈ, ਜ਼ਿੰਦਗੀ ਤੋਂ ਹੀ ਮੁਨਕਰ ਹੋ ਜਾਂਦੇ ਲੋਕ। ਬਹੁਤ ਵੱਡੀ ਭੀੜ ਸੀ ਜਿਹੜੇ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾਣ ਨੂੰ ਹੀ ਸਮਝਦੇ ਸੀ ਜ਼ਿੰਦਗੀ ਦੀ ਸੰਪੂਰਨਤਾ। ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਜੁਗਤ ਦਿੱਤੀ, ਉਹ ਮਹਾਰਾਜ ਨੇ ਇਸ ਤਰ੍ਹਾਂ ਜੀਵਨ ਜਿਉਣਾ ਸਿਖਾਇਆ, ਜਿਹਨੂੰ ਮਹਾਰਾਜ ਨੇ ਕਿਹਾ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਏਵ ਪਾਈ ਹੈ। ਜਿਨ੍ਹਾਂ ਜੋਗੀਆਂ ਦੇ ਸੰਵਾਦ ਦੀ ਗੱਲ ਅਸੀਂ ਕਰ ਰਹੇ ਹਾਂ ਜਪਜੀ ਸਾਹਿਬ ਜੀ ਦੇ ਅੰਦਰ, ਕੱਲ੍ਹ ਮਹਾਰਾਜ ਨੇ ਜੋ ਵਾਰਤਾਲਾਪ ਹੋਇਆ, ਜਿਹੜੇ ਗੁਣ ਸਾਰਿਆਂ ਨੂੰ ਸਾਨੂੰ ਧਾਰਨ ਕਰਨ ਵਾਸਤੇ ਕਿਹਾ, ਸੰਤੋਖ ਦਾ, ਮੁੰਦਾ ਸੰਤੋਖ, ਸਰਮ ਪਤ ਚੋਲੀ, ਧਿਆਨ ਕੀ ਕਰਹਿ ਬੇਪੂਤ। ਸੋ ਆਪਣੀ ਜ਼ਿੰਦਗੀ ਨੂੰ ਵਿਕਾਰਾਂ ਤੋਂ ਨਿਰਲੇਪ ਰੱਖਣਾ, ਵਾਹਿਗੁਰੂ ਨਾਲ ਸੁਰਤ ਨੂੰ ਜੋੜਨਾ, ਸੰਤੋਖ ਦੇ ਗੁਣ ਨੂੰ ਧਾਰਨ ਕਰਨਾ, ਉਹ ਭਾਵੇਂ ਸਾਰੀ ਮਨੁੱਖਤਾ ਵਾਸਤੇ ਉਪਦੇਸ਼ ਹੈ, ਪਰ ਜਿਹੜੇ ਬਚਨ ਹੋ ਰਹੇ ਸੀ ਉਸ ਵੇਲੇ ਜੋਗੀਆਂ ਨਾਲ ਹੋ ਰਹੇ ਸੀ।
ਤੇ ਜੋਗੀਆਂ ਦੀ ਇਹ ਵਿਚਾਰਧਾਰਾ ਸੀ ਕਿ ਗ੍ਰਸਤੀ ਨਰਕਾਂ ਦੇ ਭਾਗੀ ਨੇ, ਇਸਤਰੀ ਦੇ ਮੱਥੇ ਲੱਗਿਆਂ ਜਪ ਤਪ ਖਤਮ ਹੋ ਜਾਂਦਾ। ਇਸ ਵਾਸਤੇ ਉਹ ਜੰਗਲੀ ਵਾਸ ਕਰਦੇ ਸੀ, ਗ੍ਰਸਤ ਤੋਂ ਦੂਰ ਰਹਿੰਦੇ ਸੀ। ਪਰ ਭਾਵੇਂ ਭਾਈ ਗੁਰਦਾਸ ਜੀ ਕਹਿੰਦੇ ਮੰਗਣ ਗ੍ਰਸਤੀਆਂ ਦੇ ਘਰਾਂ 'ਚ ਜਾਂਦੇ ਸੀ, ਕਮਾਇਆ ਉਹਨਾਂ ਦਾ ਹੀ ਖਾਂਦੇ ਸੀ। ਗੁਰੂ ਸਾਹਿਬ ਜੀ ਨੇ ਜਿਹੜੀ ਜੀਵਨ ਦੀ ਫਿਲਾਸਫੀ ਦਿੱਤੀ, ਉਹ ਮਹਾਰਾਜ ਕਹਿੰਦੇ ਵੀ ਭਲਿਓ ਪੁਰਖੋ, ਅਸਲ ਵਿੱਚ ਜੋਗੀ ਹੋਣਾ ਇਹ ਨਹੀਂ ਹੈ ਕਿ ਕੰਨਾਂ ਨੂੰ ਪਾੜ ਲਿਆ, ਸੁਆਹ ਪਾ ਲਈ, ਖਿੰਥਾ ਗੋਦੜੀ ਪਾ ਲਈ ਤੇ ਜੰਗਲਾਂ 'ਚ ਚਲੇ ਗਏ, ਪਹਾੜਾਂ 'ਤੇ ਚਲੇ ਗਏ। ਗੁਰੂ ਸਾਹਿਬ ਜੀ ਕਹਿੰਦੇ ਵੀ ਇਸ ਸੰਸਾਰ ਨੂੰ, ਜਿਹਨੂੰ ਤੁਸੀਂ ਕਹਿੰਦੇ ਹੋ ਮਾਇਆ ਹੈ, ਮਾਇਆ ਹੈ, ਮਾਇਆ ਹੈ, ਇਹਦੇ ਵਿੱਚੇ ਰਹਿਣਾ। ਮੋਹ ਤੋਂ, ਤ੍ਰਿਸ਼ਨਾ ਤੋਂ, ਵਾਸ਼ਨਾ ਤੋਂ, ਅੰਦਰ ਦੇ ਉੱਠਣ ਵਾਲੇ ਫੁਰਨਿਆਂ ਤੋਂ, ਵਿਕਾਰਾਂ ਤੋਂ ਨਿਰਲੇਪ ਰਹਿਣਾ ਇੱਥੇ ਹੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਮਾਇਆ ਹੈ, ਕੱਜਲ ਦੀ ਕੋਠੜੀ ਹੈ। ਤੋ ਇਸ ਕੱਜਲ ਦੇ ਵਿੱਚੇ ਰਹਿਣਾ ਤੇ ਨਿਰਲੇਪ ਰਹਿਣਾ, ਆਹ ਤਪ ਹੈ। ਤਪ ਇਹ ਨਹੀਂ ਕਿ ਭੁੱਖੇ ਰਹਿਣਾ, ਤਪ ਇਹ ਨਹੀਂ ਕਿ ਨੰਗੇ ਰਹਿਣਾ। ਨੰਗੇ ਰਹਿਣਾ ਸੌਖਾ ਹੈ, ਪਰ ਧੀਆਂ ਪੁੱਤਰਾਂ ਵਿੱਚ ਰਹਿ ਕੇ ਮੋਹ ਤੋਂ ਮੁਕਤ ਰਹਿਣਾ, ਪੈਸੇ 'ਚ ਰਹਿ ਕੇ ਲੋਭ ਤੋਂ ਮੁਕਤ ਰਹਿਣਾ, ਇਹ ਬਹੁਤ ਔਖਾ ਤਪ ਹੈ। ਘਰ ਛੱਡ ਕੇ, ਜੰਗਲੀ ਵਾਸ ਕਰਕੇ, ਸਰੀਰ ਦੇ ਕੱਪੜੇ ਤਿਆਗ ਕੇ, ਪੇਟ ਦਾ ਭੋਜਨ ਤਿਆਗ ਕੇ ਆਦਿਕ ਕਰਮ ਕਰਨੇ, ਪਰਿਵਾਰ ਛੱਡ ਦੇਣੇ, ਇਹ ਤੇ ਦੇਹੀ ਨੂੰ ਦੇਣ ਵਾਲਾ ਦੁੱਖ ਹੈ ਨਾ। ਇਹ ਤੇ ਦੇਹੀ ਦੀ ਸਾਧਨਾ ਹੈ ਨਾ, ਮਨ ਦੀ ਸਾਧਨਾ ਔਖੀ। ਮਹਾਰਾਜ ਨੇ ਤੱਤ ਕੱਢਿਆ ਸੀ, ਮਨ ਜੀਤਾ, ਤੁਸੀਂ ਦੇਹੀ ਜਿੱਤ ਰਹੇ ਹੋ। ਤੁਸੀਂ ਸਾਧਨਾ ਦੇ ਨਾਲ ਦੇਹੀ ਨੂੰ ਸਾਧ ਰਹੇ ਹੋ। ਬੜੇ ਲੋਕ ਵੇਖੋਗੇ ਉਹ ਦੇਹੀ ਦੀ ਸਾਧਨਾ ਕਰਦੇ ਆ, ਦੇਹੀ ਨੂੰ ਕਰੜੇ ਦੁੱਖ ਦੇ ਦੇ ਕੇ। ਤਪ ਦਾ ਅਰਥ ਹੀ ਦੇਹੀ ਦੀ ਸਤਾ ਉੱਤੇ ਸਰੀਰ ਨੂੰ ਦਿੱਤੇ ਹੋਏ ਦੁੱਖ ਸਨ। ਗੁਰੂ ਸਾਹਿਬ ਜੀ ਕਹਿੰਦੇ ਵੀ ਮਨ ਦੀ ਸਾਧਨਾ ਹੈ, ਭਗਤੀ ਜਿਹੜੀ ਹੈ ਉਹ ਮਨ ਦੀ ਸਾਧਨਾ ਹੈ, ਤਨ ਦੀ ਸਾਧਨਾ ਨਹੀਂ। ਠੀਕ ਹੈ, ਤਨ ਦੀ ਸਤਾ ਉੱਤੇ ਬੰਦੇ ਕੋਲ ਕਿਰਦਾਰ ਚਾਹੀਦਾ ਹੈ, ਸੰਤੋਖ ਚਾਹੀਦਾ ਹੈ, ਪਰ ਨਾਲ ਉਦਮੀ ਹੋਵੇ, ਕਿਰਤੀ ਹੋਵੇ। ਇਹ ਗੱਲ ਨੂੰ ਥੋੜਾ ਜਿਹਾ ਪਕੜਿਓ। ਜਿਹੜਾ ਸੰਨਿਆਸੀ ਮਾਰਗ ਸੀ ਨਾ ਜੀ, ਸੰਸਾਰ ਤੋਂ ਭਗੌੜੇ ਹੋਣ ਦਾ ਮਾਰਗ ਸੀ, ਉਹ ਸਾਧਨਾ ਕਹਿੰਦਾ ਸੀ ਸਰੀਰ ਨੂੰ ਤਪਾਉਣਾ। ਬਰਫਾਂ ਵਿੱਚ, ਕੁੰਦਰਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ ਨੰਗੇ, ਭੁੱਖੇ, ਸਵਾਹ ਮਲਨੀ, ਕੱਪੜੇ ਉਤਾਰ ਦਿੱਤੇ, ਮੰਗ ਕੇ ਖਾਣਾ। ਗੁਰੂ ਸਾਹਿਬ ਜੀ ਕਹਿੰਦੇ ਮਨ ਦੀ ਸਾਧਨਾ ਕਰੋ, ਤਨ ਦੀ ਨਹੀਂ। ਤਨ ਦੀ ਸਾਧਨਾ ਇਹ ਹੈ ਵੀ ਕਿਰਤ ਕਰੋ ਤੇ ਜੋ ਮਿਲਦਾ ਹੈ ਉਹਨੂੰ ਸਬਰ ਸ਼ੁਕਰ ਕਰਕੇ ਖਾਓ, ਉਦਮ ਕਰੋ। ਉਦਮੀ ਹੋਣਾ ਬੜੀ ਚੰਗੀ ਗੱਲ ਹੈ, ਤਰੱਕੀ ਕਰੋ। ਪਰ ਮਨ ਦੀ ਸਾਧਨਾ ਕੀ ਹੈ ਕਿ ਰਹਿਣਾ ਪਰਿਵਾਰ ਵਿੱਚ, ਪਰ ਮੋਹ ਤੋਂ ਮੁਕਤ ਰਹਿਣਾ। ਕਰਨੀ ਕਿਰਤ, ਕਮਾਉਣੇ ਪੈਸੇ, ਪਰ ਲੋਭ ਤੋਂ ਮੁਕਤ ਰਹਿਣਾ, ਵੰਡ ਕੇ ਛਕਣ ਦੀ ਬਿਰਤੀ। ਤਾਂ ਸਤਿਗੁਰੂ ਜੀ ਨੇ ਕਿਹਾ ਵੀ ਇਹ ਹੈ ਜੋਗ। ਅੰਜਨ ਮਾਹੇ ਨਿਰੰਜਨ। ਅੰਜਨ ਕਹਿੰਦੇ ਆ ਕਾਲਖ ਨੂੰ, ਤੇ ਨਿਰੰਜਨ ਕਾਲਖ ਤੋਂ ਮੁਕਤ। ਮਾਇਆ ਨੂੰ ਮਹਾਰਾਜ ਨੇ ਕਿਹਾ ਸਮਝ ਲਓ ਕਾਲਖ ਹੈ, ਜਿਹਨੂੰ ਤੁਸੀਂ ਮਾਇਆ ਕਹਿੰਦੇ ਹੋ। ਵੀ ਉੱਥੇ ਤੇ ਪਈ ਤੁਸੀਂ ਮੋਹ 'ਚ ਫਸੇ ਹੋ, ਤੁਸੀਂ ਲੋਭ 'ਚ ਫਸੇ ਹੋ। ਦੂਰ ਭੱਜਣਾ ਜੰਗ। ਹੁਣ ਜੰਗ ਹੋ ਰਹੀ ਹੈ, ਜੰਗ ਛੱਡ ਕੇ ਭੱਜਣਾ ਥੋੜੀ ਸੂਰਮਗਤੀ ਹੈ। ਜੰਗ ਲੜਨੀ ਸੂਰਮਗਤੀ ਹੈ, ਲੜ ਕੇ ਜਿੱਤਣੀ ਸੂਰਮਗਤੀ ਹੈ। ਇਹਦਾ ਮਤਲਬ ਤੁਹਾਡਾ ਮਨ ਕਮਜ਼ੋਰ ਹੈ, ਤੁਹਾਨੂੰ ਲੱਗਦਾ ਵੀ ਜੇ ਅਸੀਂ ਪਰਿਵਾਰ 'ਚ ਰਹੇ ਅਸੀਂ ਰੱਬ ਨੂੰ ਨਹੀਂ ਪਾ ਸਕਣਾ, ਜੇ ਅਸੀਂ ਕਿਰਤ ਕਰਦੇ ਰਹੇ ਅਸੀਂ ਭਗਤੀ ਨਹੀਂ ਕਰ ਸਕਣੀ, ਅਸੀਂ ਤੇ ਮਕਾਨਾਂ ਦੇ ਮੋਹ 'ਚ ਫਸ ਜਾਵਾਂਗੇ। ਇਹਦਾ ਮਤਲਬ ਤੁਹਾਡਾ ਮਨ ਕਮਜ਼ੋਰ ਹੈ। ਇਸ ਲਈ ਸਿੱਖੀ ਦਾ ਤਪ ਜਿਹੜਾ ਹੈ ਉਹ ਸਰੀਰ ਦੀ ਸਤਾ ਉੱਤੇ ਨਹੀਂ, ਮਨ ਦੀ ਸਤਾ ਉੱਤੇ ਹੈ। ਸਰੀਰਕ ਤਪ ਕਰਕੇ ਸਰੀਰ ਨੂੰ ਸਾਧਿਆ ਜਾ ਸਕਦਾ। ਸਰੀਰ ਨਿਰਬਲ ਹੀ ਇੰਨਾ ਹੋ ਜਾਏ ਵੀ ਉਹ ਕਰਮ ਕਰਨ ਦੇ ਯੋਗ ਹੀ ਨਾ ਰਹੇ, ਕੋਈ ਵਿਕਾਰ ਕਮਾਉਣ ਦੇ, ਚੋਰੀ ਕਰਨ ਦੇ, ਠੱਗੀ ਮਾਰਨ ਦੇ ਯੋਗ ਹੀ ਨਾ ਰਹੇ, ਮੰਜੇ ਤੇ ਪੈ ਜਾਏ, ਪਰ ਮਨ ਦੀ ਵਾਸ਼ਨਾ ਤੇ ਨਹੀਂ ਨਾ ਮਰੀ। ਗੁਰੂ ਸਾਹਿਬ ਕਹਿੰਦੇ ਨਹੀਂ, ਸਰੀਰ ਤੰਦਰੁਸਤ ਹੋਵੇ, ਮਨ ਕਾਬੂ 'ਚ ਹੋਵੇ। ਤੇ ਕਮਾਲ ਦਾ ਬਚਨ ਜਿਹੜਾ ਗੱਲ ਤੇ ਭਾਵੇਂ ਜੋਗੀਆਂ ਨਾਲ ਕੀਤੀ, ਪਰ ਤੱਤ ਸਾਰੀ ਮਨੁੱਖਤਾ ਵਾਸਤੇ ਹੈ ਕਿ ਮਨ ਜੀਤਾ ਜਗ ਜੀਤਾ। ਇਹ ਗੁਰਬਾਣੀ ਦੀ ਵਿਚਾਰਧਾਰਾ ਹੈ, ਗੁਰਮਤ ਦਾ ਮਾਰਗ ਹੈ, ਗੁਰੂ ਨਾਨਕ ਦਾ ਆ ਪੰਥ ਹੈ। ਸਾਧ ਸੰਗਤ, ਮਨ ਦੀ ਸਾਧਨਾ ਕਰਨੀ। ਕਿੰਨੀ ਕੋਮਲਤਾ ਹੈ। ਗੁਰੂ ਸਾਹਿਬ ਸਿਖਾਉਂਦੇ ਵੇਖੋ ਕਿੱਦਾਂ ਸਾਨੂੰ। ਸਾਧ ਸੰਗਤ ਜੀ,
ਥੋੜੀ ਜਿਹੀ ਵਿਚਾਰ ਕਰ ਲਈ ਆਪਾਂ। ਸਾਹਿਬ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਗੁਰੂ ਸੁਪੁੱਤਰ ਨਹੀਂ ਹਨ। ਤੁਸੀਂ ਵੇਖਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਗੁਰੂ ਸੁਪੁੱਤਰ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸੁਪੁੱਤਰ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਸੁਪੁੱਤਰ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਸੁਪੁੱਤਰ ਨੇ, ਪਰ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਸੁਪੁੱਤਰ ਨਹੀਂ ਹਨ। ਉਹ ਗੁਰੂ ਸਾਹਿਬ ਦੇ ਪੋਤਰੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ। ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ 'ਚ ਪ੍ਰਗਟੇ। ਤੇ ਜਿਹੜਾ ਬਚਪਨ ਸੀ ਨਾ ਜੀ, ਉਹ ਸਤਿਗੁਰੂ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਹਜ਼ੂਰੀ ਵਿੱਚ, ਉਹਨਾਂ ਦੇ ਚਰਨਾਂ ਵਿੱਚ ਹੀ ਬੀਤਿਆ। ਜਿਹੜੀ ਸਾਰੀ ਜ਼ਿੰਦਗੀ ਦੀ ਘਾੜਤ ਸੀ, ਉਹ ਗੁਰੂ ਹਜ਼ੂਰੀ ਅੰਦਰ ਰੂਹਾਨੀ ਘਾੜਤ ਘੜੀ ਗਈ। ਜੋ ਗੁਣ ਗ੍ਰਹਿਣ ਕੀਤੇ, ਜਿਹੜੀ ਤਿਆਰੀ ਸੀ ਇਸ ਪਵਿੱਤਰ ਆਤਮਾ ਦੀ, ਗੁਰੂ ਨਾਨਕ ਜੋਤ ਦੇ ਵਿਦਮਾਨ ਹੋਣ ਦੀ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਹੋਈ। ਬਾਲ ਵਰੇਸ ਹੈ, ਪੋਤੇ ਲੱਗਦੇ ਨੇ, ਹਰ ਵੇਲੇ ਮਹਾਰਾਜ ਦੀ ਹਜ਼ੂਰੀ 'ਚ ਰਹਿੰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ 'ਚ। ਇਹ ਜਿਹੜਾ ਸ਼੍ਰੀ ਕੀਰਤਪੁਰ ਸਾਹਿਬ ਨਗਰ, ਇਹ ਗੁਰੂ ਹੁਕਮ ਦੇ ਨਾਲ ਬਾਬਾ ਗੁਰਦਿੱਤਾ ਜੀ ਨੇ ਮੋੜੀ ਗੱਡੀ ਇਹਦੀ ਵਸਾਇਆ। ਇਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸੁਪੁੱਤਰ ਨੂੰ ਭੇਜਿਆ ਤੇ ਕੀਰਤਪੁਰ ਸਾਹਿਬ ਨਗਰ ਵਸਾਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆ ਗਏ। ਸਾਹਿਬ ਹਰਿ ਰਾਏ ਮਹਾਰਾਜ ਜੀ ਹਰ ਵੇਲੇ ਗੁਰਸੰਗਤ ਵਿੱਚ, ਗੁਰੂ ਦਾਦਾ ਜੀ ਦੀ ਹਜ਼ੂਰੀ ਵਿੱਚ ਉੱਤਮ ਗੁਣ ਗ੍ਰਹਿਣ ਕਰਦੇ ਆ। ਸਾਧ ਸੰਗਤ, ਸ੍ਰੇਸ਼ਟ ਗੁਣ। ਤੁਸੀਂ ਵੇਖੋ ਕੋਮਲਤਾ ਸਿੱਖੀ ਦੇ ਅੰਦਰ, ਇਹ ਅਸਲ 'ਚ ਹਿਰਦੇ ਦੀ ਦਇਆ ਹੀ ਧਰਮ ਵਾਸਤੇ ਧਰਤੀ ਬਣਦੀ ਹੈ। ਕਰੁਣਾਮਈ ਹਿਰਦੇ ਵਿੱਚ ਹੀ ਧਰਮ ਦੀ ਖੇਤੀ ਉਗਦੀ ਹੈ। ਸਾਧ ਸੰਗਤ, ਜੇ ਹਿਰਦਾ ਕਰੁਣਾਮਈ ਨਹੀਂ ਹੈ, ਉੱਥੇ ਕਦੀ ਧਰਮ ਪੈਦਾ ਨਹੀਂ ਹੋ ਸਕਦਾ। ਜਿਵੇਂ ਕੋਈ ਕਹਿੰਦਾ ਨਾ ਵੀ ਮਾਂ ਨਹੀਂ ਹੈ ਤੇ ਔਲਾਦ ਨਹੀਂ ਪੈਦਾ ਹੋ ਸਕਦੀ, ਇਸੇ ਤਰ੍ਹਾਂ ਜੇ ਦਇਆ ਨਹੀਂ ਹੈ ਤੇ ਧਰਮ ਨਹੀਂ ਜਨਮ ਲੈ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਵਾਸ ਰੱਖਦੇ ਆ ਤੇ ਇੱਥੇ ਬੜੇ ਕੌਤਕ ਮਹਾਰਾਜ ਨੇ। ਗੁਰੂ ਕਾ ਬਾਗ ਅੱਜ ਵੀ ਮੌਜੂਦ ਆ ਉੱਥੇ। ਗੁਰੂ ਸਾਹਿਬ ਜੀ ਪ੍ਰਕਿਰਤੀ ਨਾਲ ਪਿਆਰ ਕਰਦੇ ਸੀ, ਰੁੱਖਾਂ ਨਾਲ ਪਿਆਰ ਕਰਦੇ ਸੀ, ਜੀਵਾਂ ਨਾਲ ਪਿਆਰ ਕਰਦੇ ਸੀ। ਬਹੁਤ ਰੁੱਖ ਲਗਵਾਏ ਸਤਿਗੁਰੂ ਜੀ ਨੇ। ਫਿਰ ਉਹਨੂੰ ਅੱਗੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਵਧਾਇਆ ਜਦੋਂ ਗੁਰਤਾ ਦੇ ਵਾਰਸ ਬਣੇ। ਪਹਾੜੀ ਖੇਤਰ ਹੈ, ਤੁਸੀਂ ਦਰਸ਼ਨ ਕਰਦੇ ਹੋ, ਬਹੁਤਿਆਂ ਨੇ ਤੁਹਾਡੇ 'ਚ ਦਰਸ਼ਨ ਕੀਤੇ। ਸ਼੍ਰੀ ਅਨੰਦਪੁਰ ਸਾਹਿਬ ਨੂੰ ਜਦੋਂ ਜਾਂਦੇ ਹੋ ਰੋਪੜ ਤੋਂ, ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਸ਼੍ਰੀ ਕੀਰਤਪੁਰ ਸਾਹਿਬ ਵਸਾਇਆ ਸੀ ਮਹਾਰਾਜ ਨੇ। ਅਨੰਦਪੁਰ ਸਾਹਿਬ ਬਾਅਦ ਵਿੱਚ ਵਸਿਆ, ਉਹ 9ਵੇਂ ਪਾਤਸ਼ਾਹ ਹਜ਼ੂਰ ਨੇ ਵਸਾਇਆ। ਪਹਾੜੀ ਖੇਤਰ ਹੈ, ਜੜੀਆਂ ਬੂਟੀਆਂ ਪਰ ਤੁਸੀਂ ਵੇਖੋਗੇ ਪਹਾੜੀ ਇਲਾਕਿਆਂ ਵਿੱਚ ਐਸੀਆਂ ਜੜੀਆਂ ਬੂਟੀਆਂ ਹੁੰਦੀਆਂ ਜਿਹੜੀਆਂ ਆਮ ਮੈਦਾਨੀ ਇਲਾਕੇ 'ਚ, ਰੇਤਲੇ ਇਲਾਕੇ 'ਚ ਨਹੀਂ ਹੁੰਦੀਆਂ, ਤੇ ਬੜੀਆਂ ਬੜੀਆਂ ਕੀਮਤੀ ਜੜੀਆਂ ਬੂਟੀਆਂ ਹੁੰਦੀਆਂ। ਵਾਤਾਵਰਨ ਇਦਾਂ ਦਾ। ਫਿਰ ਗੁਰੂ ਹਰਿ ਰਾਏ ਸਾਹਿਬ ਜੀ ਨੇ ਜਿੱਥੇ ਇੱਥੇ ਬਾਕੀ ਰੁੱਖ ਬੂਟੇ ਪੌਦੇ ਲਗਵਾਏ ਸੀ, ਫਿਰ ਉੱਥੇ ਆਰਗੈਨਿਕ ਜਿਹੜਾ ਖੇਤੀ ਸੀ, ਜਿਹੜੀ ਜਿਹਨੂੰ ਅੱਜ ਅਸੀਂ ਬੜੀ ਤਰਜੀਹ ਦੇ ਰਹੇ ਹਾਂ, ਆਯੁਰਵੈਦਿਕ ਜਿਹੜੇ ਬੂਟੇ ਸਨ, ਦਵਾਈਆਂ ਜਿਹਦੇ ਤੋਂ ਬਣਦੀਆਂ ਸੀ, ਉਹ ਬਹੁਤ ਬੂਟੇ ਲਗਵਾਏ ਮਹਾਰਾਜ ਨੇ। ਦਵਾਖਾਨਾ ਬਹੁਤ ਪਰਫੈਕਟ ਦਵਾਖਾਨਾ ਸੀ ਜਿਹੜਾ, ਔਰ ਏਡਾ ਵੱਡਾ ਦਵਾਖਾਨਾ। ਇਹਨੂੰ ਗੱਲ ਨੂੰ ਧਿਆਨ 'ਚ ਸਮਝਿਓ ਤੁਸੀਂ। ਜੇ ਤੁਸੀਂ ਕੰਪੈਰੀਟਿਵਲੀ ਵੇਖੋ ਤੇ ਔਰੰਗਜ਼ੇਬ ਬਾਦਸ਼ਾਹ ਹੈ, ਸਲਤਨਤ ਦਾ ਮਾਲਕ ਹੈ। ਜੇ ਅੱਜ ਵਾਲੀ ਸ਼ਬਦਾਵਲੀ ਵਰਤਣੀ ਹੋਏ ਕਿ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਏਡਾ ਵੱਡਾ ਹਸਪੀਟਲ ਨਹੀਂ ਹੈ ਜਿੱਡਾ ਵੱਡਾ ਹਸਪੀਟਲ ਗੁਰੂ ਨਾਨਕ ਦਾ ਘਰ ਦਾ ਹੈ। ਜੇ ਅੱਜ ਅਸੀਂ ਉਹ ਪੈੜਾਂ ਤੇ ਤੁਰਨਾ ਹੋਵੇ, ਅੱਜ ਸਿੱਖੀ ਦੁਨੀਆ 'ਚ ਫੈਲੀ ਹੈ, ਸਿੱਖੀ ਦੇ ਕੋਲ ਬਹੁਤ ਸਿੱਖਾਂ ਕੋਲ ਮਾਇਆ ਹੈ। ਥੋੜੀ ਜਿਹੀ ਤੁਲਨਾ ਕਰਕੇ ਵੇਖੀਏ ਮੋਟੇ ਜਿਹੇ ਸ਼ਬਦਾਂ 'ਚ, ਅੱਜ ਦੀ ਭਾਸ਼ਾ 'ਚ, ਵੀ ਔਰੰਗਜ਼ੇਬ ਦੇ ਕੋਲ ਏਡਾ ਵੱਡਾ ਜਿਹੜਾ, ਉਹ ਜਹਾਂਗੀਰ ਬਾਦਸ਼ਾਹ ਦੇ ਕੋਲ ਏਡਾ ਵੱਡਾ, ਦਿੱਲੀ ਦੀ ਸਲਤਨਤ ਕੋਲ ਏਡਾ ਵੱਡਾ ਹਸਪੀਟਲ ਨਹੀਂ ਹੈ ਜਿੱਡਾ ਗੁਰੂ ਨਾਨਕ ਦੇ ਘਰ ਦਾ। ਇਹੀ ਕਾਰਨ ਸੀ ਨਾ ਵੀ ਜਦੋਂ ਦਾਰਾ ਸ਼ਿਕੋ ਬਿਮਾਰ ਪੈਂਦਾ ਤੇ ਦਵਾਈ ਦਿੱਲੀ ਦੀ ਬਾਦਸ਼ਾਹ ਸਲਤਨਤ ਦੇ ਕੋਲ ਹੋਰ ਕਿਤੇ ਨਹੀਂ, ਗੁਰੂ ਨਾਨਕ ਦੇ ਘਰ ਦੇ ਕੋਲ ਹੈ।
ਤੋ ਉੱਥੇ ਬਹੁਤ ਕੌਤਕ ਵਰਤੇ। ਬਾਲ ਵਰੇਸ ਹਰ ਰਾਏ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ਰਨ 'ਚ ਵਿਚਰਦੇ ਆ ਤੇ ਸੋਹਣੇ ਸੁੰਦਰ ਬਾਗ ਵਿੱਚ ਦੀ ਗੁਰੂ ਸਾਹਿਬ ਟਹਿਲ ਰਹੇ ਆ। ਸਾਖੀ ਨੂੰ ਤੁਸੀਂ ਬੜੀ ਵਾਰੀ ਸੁਣਿਆ, ਬਸ ਥੋੜਾ ਜਿਹਾ ਇਹਨੂੰ ਸਮਝ ਲਈਏ ਕਿ ਜੋਗੀਆਂ ਨੂੰ ਕੀ ਸਮਝਾ ਰਹੇ ਆ ਮਹਾਰਾਜ। ਮਨ ਜੀਤੈ ਜਗ ਜੀਤ, ਕੀ ਸੀ ਮਨ ਦਾ ਤਪ, ਮਨ ਦੀ ਸਾਧਨਾ ਕੀ ਸੀ ਸਾਧ ਸੰਗਤ। ਉਹ ਧਰਤੀ ਕਿੱਦਾਂ ਤਿਆਰ ਹੋਣੀ ਹੈ ਜਿਸ ਧਰਤੀ ਦੇ ਅੰਦਰ ਧਰਮ ਦਾ ਬੂਟਾ ਉੱਗਣਾ, ਜਿਸ ਬੂਟੇ ਨੂੰ ਮੁੜ ਕੇ ਸਾਰੇ ਫਲ ਲੱਗਦੇ ਆ। ਗੈਰਤ ਦਾ ਫਲ ਵੀ ਲੱਗਦਾ, ਨਾਮ ਰਸ ਦਾ ਫਲ ਵੀ ਲੱਗਦਾ, ਪਰਉਪਕਾਰ ਦਾ ਫਲ ਵੀ ਲੱਗਦਾ। ਉਹ ਸਾਰੀਆਂ ਮਹਿਕਾਂ ਖੁਸ਼ਬੂਆਂ ਉਸ ਬੂਟੇ ਚੋਂ ਹੀ ਆਉਂਦੀਆਂ। ਪਰ ਉਸ ਬੂਟੇ ਵਾਸਤੇ ਧਰਤੀ ਕਿਹੜੀ ਤਿਆਰ ਹੋਣੀ ਹੈ? ਦਇਆ। ਤੇ ਦਇਆ ਗਮਲੇ ਵਿੱਚ, ਗਮਲੇ ਵਾਲੀ ਧਰਤੀ ਨਹੀਂ ਹੈ ਵੀ ਆਪਣੇ ਟੱਬਰ ਤੱਕ ਦਇਆ ਕਿ ਆ ਮੇਰਾ ਪੁੱਤ ਹੈ ਤੇ ਇਹਨੂੰ ਮੈਂ ਸਭ ਕੁਝ ਦੇਣਾ ਹੈ। ਦਇਆ ਉਹ ਧਰਤੀ ਹੈ ਜਿਹੜੀ ਅਸੀਮ ਹੈ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ। ਮਤਲਬ ਛੋਟੇ ਗਮਲੇ ਦੇ ਵਿੱਚ ਭਾਵੇਂ ਉਹੀ ਪੌਦਾ ਲਾ ਦਈਏ, ਉਹਦੀ ਪਰਵਰਿਸ਼ ਨਹੀਂ ਹੁੰਦੀ, ਉਹਨੂੰ ਓਨਾ ਫਲ, ਉੱਦਾਂ ਦੀ ਮਿਠਾਸ, ਉੱਦਾਂ ਦਾ ਬੂਟੇ ਦੀ ਜਿਹੜਾ ਵਿਸਥਾਰ ਹੈ ਉਹ ਨਹੀਂ ਹੁੰਦਾ। ਪਰ ਜਦੋਂ ਅਸੀਂ ਪੂਰੀ ਧਰਤੀ ਦੇ ਵਿੱਚ ਉਹ ਬੂਟਾ ਲਾਉਂਦੇ ਆ, ਉਨੀ ਪਰਵਰਿਸ਼ ਜ਼ਿਆਦਾ ਹੁੰਦੀ ਹੈ, ਫਲ ਜ਼ਿਆਦਾ ਹੁੰਦਾ ਸਾਧ ਸੰਗਤ। ਸੋ ਦਇਆ ਹੈ ਵਿਸ਼ਾਲ ਧਰਤੀ ਤੇ ਨਿਜਵਾਦ ਹੈ ਗਮਲਾ। ਜਿੰਨੀ ਦੇਰ ਦਇਆ ਨਹੀਂ ਨਾ, ਠੀਕ ਹੈ ਬੰਦਾ ਭਾਵੇਂ ਨਾਮ ਵੀ ਜਪਦਾ, ਰੱਬ ਰੱਬ ਵੀ ਕਰਦਾ, ਧਰਮ ਕਰਮ ਪੂਜਾ ਪਾਠ ਵੀ ਕਰਦਾ, ਦਾਨ ਪੁੰਨ ਵੀ ਕਰ, ਜਿੰਨੇ ਕਰਮ ਕਾਂਡ ਹੈ, ਪਰ ਜੇ ਉਹ ਦਇਆ ਜਿਹੜੀ ਸਾਰੇ ਕਾਇਨਾਤ ਨੂੰ ਇੱਕੋ ਜਿਹਾ ਵੇਖਦੀ ਹੈ, ਮਤਲਬ ਧਰਤੀ ਵੱਡੀ ਨਹੀਂ ਹੁੰਦੀ, ਧਰਮ ਦਾ ਬੂਟੇ ਦੀ ਪਰਵਰਿਸ਼ ਨਹੀਂ ਹੋਣੀ। ਇਸ ਲਈ ਗੁਰੂ ਸਾਹਿਬ ਨੇ ਸਾਨੂੰ ਕਿਹਾ ਪਹਿਲਾ ਗੁਣ ਕੀ ਹੈ? ਦਇਆ। ਧੌਲ ਧਰਮ ਦਇਆ ਕਾ ਪੂਤ। ਜੇ ਧਰਤੀ ਨੂੰ ਸਥਿਰ ਰੱਖਣ ਵਾਲਾ ਬਲਦ ਧਰਮ ਹੈ ਤੇ ਉਹ ਧਰਮ ਪੈਦਾ ਕਿੱਥੋਂ ਹੋਣਾ? ਦਇਆ ਵਿੱਚੋਂ। ਗੁਰੂ ਹਰਗੋਬਿੰਦ ਸਾਹਿਬ ਜੀ ਪਿੱਛੇ ਪਿੱਛੇ ਸਾਹਿਬ ਹਰ ਰਾਏ ਮਹਾਰਾਜ ਜੀ ਟਹਿਲ ਰਹੇ ਆ। ਬਾਗ ਬੜਾ ਸੁੰਦਰ ਹੈ ਸ਼੍ਰੀ ਕੀਰਤਪੁਰ ਸਾਹਿਬ। ਪਿੱਛੇ ਪਿੱਛੇ ਸੇਵਾਦਾਰ ਟਹਿਲੂਏ ਸਿੱਖ ਵੀ ਹੋਣਗੇ, ਸ਼ਸਤਰਧਾਰੀ ਵੀ। 2200 ਘੋੜਾ ਸਵਾਰ ਗੁਰੂ ਹਰਿ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਵੀ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਯੋਧੇ ਸੂਰਮੇ ਸਭ। ਇਹ ਨਹੀਂ ਕਿ ਆਪਾਂ ਕਈ ਵਾਰੀ ਅੱਜ ਕਹਿੰਦੇ ਵੀ ਅੱਜ ਗੁਰਦੁਆਰੇ 'ਚ ਸ਼ਸਤਰਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਿੱਤਾ ਸਾਧ ਸੰਗਤ ਸਭ ਕੁਝ, ਕਿ ਧਰਮ ਦੀ ਰਾਖੀ ਲਈ, ਧਰਮ ਦੇ ਅਮਲ ਵਾਸਤੇ ਦਇਆ ਨੂੰ। ਦਇਆ ਸਿਰਫ ਸ਼ਬਦਾਂ ਦੀ ਨਹੀਂ ਹੈ ਨਾ ਜੀ। ਜ਼ੁਲਮ ਅੱਖਾਂ ਸਾਹਮਣੇ ਹੋ ਰਿਹਾ ਹੋਵੇ ਤੇ ਜਿਹੜਾ ਦਇਆਵਾਨ ਹਿਰਦਾ ਉਹੀ ਲੋਕਾਂ ਦੀਆਂ ਧੀਆਂ ਨੂੰ ਛੁਡਾ ਕੇ ਲਿਆ ਸਕਦਾ ਨਾ, ਚੀਕਾਂ ਕੰਨਾਂ 'ਚ ਪੈ ਰਹੀਆਂ ਹੋਣ। ਤੇ ਉਹਦੇ ਵਾਸਤੇ ਕੱਲੀ ਮਾਲਾ ਨਹੀਂ ਦਿੱਤੀ, ਸ਼ਸਤਰ ਦਿੱਤੇ ਨਾਲ ਮਹਾਰਾਜ। ਤੋ ਸ਼ਸਤਰਧਾਰੀ ਸਿੱਖ ਵੀ ਪਿੱਛੇ ਨਾਲ ਚੱਲ ਰਹੇ ਆ। ਤੁਸੀਂ ਵੇਖੋ ਕਿੰਨੀ ਕਰੁਣਾ ਹਿਰਦੇ 'ਚ ਭਰੀ ਜਾਂਦੀ ਹੈ ਜਦੋਂ ਮਹਾਰਾਜ ਟਹਿਲਦੇ ਟਹਿਲਦੇ ਵਾਪਸ ਆਉਂਦੇ ਆ ਨਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨਾਲ ਸਾਥੀ ਸਾਰੇ ਪਿੱਛੇ ਪਿੱਛੇ ਹਰ ਰਾਏ ਮਹਾਰਾਜ। ਇੱਕ ਟੁੱਟਿਆ ਹੋਇਆ ਫੁੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਜ਼ਰੀ ਪੈਂਦਾ। ਵੱਡ ਜੋਧਾ ਬਹੁ ਪਰ ਉਪਕਾਰੀ। ਦਇਆ ਦਾ ਪਰਉਪਕਾਰੀ ਮਤਲਬ ਦਇਆ ਦਾ ਸਮੁੰਦਰ। ਗੁਰੂ ਹਰਗੋਬਿੰਦ ਸਾਹਿਬ ਜੀ ਗੋਡਾ ਟੇਕ ਕੇ ਉੱਥੇ ਬੈਠ ਜਾਂਦੇ ਆ ਤੇ ਫੁੱਲ ਨੂੰ ਹੱਥ ਵਿੱਚ ਫੜ ਕੇ, ਤੱਕਣੀ ਦੇ ਵਿੱਚ ਇਦਾਂ ਦੀ ਪੀੜਾ ਸੀ ਕਿ ਜਿਵੇਂ ਕੋਈ ਚੀਜ਼ ਉੱਠ ਰਹੀ ਹੈ। ਬੜਾ ਡਾਢਾ ਦੁੱਖ ਹੋਇਆ ਫੁੱਲ ਨੂੰ ਟੁੱਟਿਆਂ ਵੇਖ ਕੇ। ਗੁਰੂ ਹਰਿ ਸਾਹਿਬ ਮਹਾਰਾਜ ਜੀ ਬਾਲ ਵਰੇਸ ਵਿੱਚ ਨੇ ਤੇ ਉਹ ਖੜੇ ਵੇਖ ਰਹੇ ਆ ਤੇ ਮਹਿਸੂਸ ਕਰ ਰਹੇ ਆ ਵੀ ਦਾਦਾ ਗੁਰੂ ਜੀ ਪੀੜਾ ਵਿੱਚ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਫੁੱਲ ਕਿਵੇਂ ਟੁੱਟਿਆ। ਹੋ ਸਕਦਾ ਹਰਿ ਮਹਾਰਾਜ ਨੂੰ ਵੀ ਨਾ ਪਤਾ ਹੋਵੇ, ਉਹ ਤੁਰੇ ਜਾ ਰਹੇ ਨੇ। ਪਿੱਛੋਂ ਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਜੀ ਹਰਿ ਰਾਏ ਸਾਹਿਬ ਜੀ ਦੇ ਵਸਤਰਾਂ ਦੇ ਨਾਲ ਅੜ ਕੇ ਇਹ ਫੁੱਲ ਟੁੱਟ ਗਿਆ। ਵਸਤਰ ਪਹਿਨੇ ਸੀ, ਚੋਲਾ ਪਹਿਨਿਆ ਸੀ ਵੱਡਾ, ਇਤਿਹਾਸ ਇਹੀ ਕਹਿੰਦਾ। ਤੇ ਜਿਹੜਾ ਬਚਨ ਸਮਝਣ ਵਾਲਾ, ਗੱਲ ਇਹ ਨਹੀਂ ਹੈ ਗੁਰਮੁਖੋ ਵੀ ਕੱਪੜੇ ਕਿੱਦਾਂ ਦੇ ਸੀਤੇ ਸੀ, ਉਹ ਕਿੰਨਾ ਕੁ ਵੱਡਾ ਸੀ ਚੋਲਾ, ਗੱਲ ਇਹ ਨਹੀਂ ਹੈ ਸਾਧ ਸੰਗਤ ਜੀ। ਜਿਹੜਾ ਬਚਨ ਸਮਝਣ ਵਾਲਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਵੇਲੇ ਬਚਨ ਕਿਹਾ ਸੀ, ਹਰਿ ਰਾਏ ਜੀ ਜਾਮਾ ਸੰਕੋਚ ਕੇ ਚੱਲਣਾ। ਹੁਣ ਆਹ ਸਿੱਖੀ ਦਾ ਤਪ ਹੈ, ਆਹ ਹੈ ਅੰਜਨ ਮਾਹੀ ਨਰੰਜਨ ਰਹੀ ਹੈ, ਆਹ ਹੈ ਮਨ ਜੀਤੈ ਜਗ ਜੀਤ। ਇੱਥੇ ਜਾਮੇ ਦਾ ਅਰਥ, ਜਦੋਂ ਵੈਸੇ ਜਾਮੇ ਦਾ ਅੱਖਰੀ ਅਰਥ ਹੈ ਪਹਿਰਾਵਾ, ਪਹਿਨੇ ਹੋਏ ਕੱਪੜੇ। ਬਾਣੀ 'ਚ ਸ਼ਬਦ ਆਇਆ
ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ। ਜਾਮਾ ਮਤਲਬ ਜਿਹੜੇ ਵਸਤਰ ਪਹਿਨੇ ਆ, ਤੇ ਉਹ ਸ਼ਬਦ ਕਾਹਦੇ ਲਈ ਵਰਤਿਆ ਵੀ ਫੇਰ ਕਹਿੰਦਾ ਵੀ ਮੇਰਾ ਜਾਮਾ ਪਲੀਤ ਹੋ ਗਿਆ, ਮਤਲਬ ਮੈਂ ਸਿਰਫ ਜਾਮੇ ਸ਼ਬਦ ਦੀ ਗੱਲ ਕਰ ਰਿਹਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਹਰ ਰਾਏ ਜੀ ਜਾਮਾ ਸੰਕੋਚ ਕੇ ਚੱਲਣਾ, ਤੇ ਅੱਖਰੀ ਅਰਥ ਮੰਨਣਗੇ ਕੱਪੜਿਆਂ ਨੂੰ ਸੰਕੋਚ ਕੇ ਚੱਲਣਾ। ਤੇ ਮਤਲਬ ਇਹ ਨਹੀਂ ਕਿ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਉਸ ਤੋਂ ਬਾਅਦ ਕੱਪੜਿਆਂ ਨੂੰ ਬੰਨ੍ਹ ਕੇ ਰੱਖਣਾ ਸ਼ੁਰੂ ਕਰ ਦਿੱਤਾ। ਇਸ ਜ਼ਿੰਦਗੀ ਨੂੰ ਵੀ ਗੁਰੂ ਸਾਹਿਬ ਨੇ ਕੱਪੜਾ ਕਿਹਾ। ਕਰਮੀ ਆਵੇ ਕੱਪੜਾ, ਮਤਲਬ ਜ਼ਿੰਦਗੀ ਨੂੰ ਸੰਜਮ ਵਿੱਚ ਜਿਉਣਾ, ਜ਼ਿੰਦਗੀ ਨੂੰ ਸੰਜਮ ਵਿੱਚ ਢਾਲਣਾ, ਆਹ ਸਿੱਖੀ ਦਾ ਤਪ ਹੈ। ਤੇ ਜ਼ਿੰਦਗੀ ਦਾ ਸੰਜਮ ਕਦੋਂ ਹੋਏਗਾ? ਜਦੋਂ ਸਿੱਖ ਮਨ ਤੇ ਫਤਿਹ ਪ੍ਰਾਪਤ ਕਰੇਗਾ। ਬਹੁਤ ਲੋਕ ਨੇ ਜਿਨ੍ਹਾਂ ਨੇ ਸਰੀਰਾਂ ਨੂੰ ਬੰਨ੍ਹ ਕੇ ਰੱਖਿਆ, ਸਰੀਰਾਂ ਨੂੰ ਸੰਗਲ ਪਾ ਕੇ ਰੱਖਿਆ। ਬਹੁਤ ਸੰਨਿਆਸੀ ਸੀ ਸਰੀਰਾਂ ਨੂੰ ਲੰਗੋਟ ਪਾ ਕੇ ਰੱਖੇ, ਸਰੀਰ ਉੱਤੇ ਤਸ਼ੱਦਦ ਕੀਤਾ ਵੀ ਭਾਈ ਅਸੀਂ ਸਰੀਰ ਦੇ ਨਾਲ ਕੋਈ ਵਿਕਾਰ ਨਾ ਕਰੀਏ। ਮਹਾਰਾਜ ਨੇ ਬਾਣੀ 'ਚ ਬਚਨ ਕਿਹਾ ਵੀ ਜੇ ਸਰੀਰ ਨੂੰ ਬੰਨ੍ਹ ਕੇ ਰੱਖਿਆ, ਮੰਨ ਲਓ ਏਡਾ ਬੰਦਸ਼ 'ਚ ਰੱਖਿਆ ਵੀ ਸਾਰੀ ਜ਼ਿੰਦਗੀ ਇਹ ਕਹੇ ਮੈਂ ਸਰੀਰ ਨੂੰ ਬੰਨਿਆ ਹੋਇਆ, ਮੈਂ ਸਰੀਰ ਦੀ ਜਿਹੜੀ ਬਿੰਦ ਦੀ ਕਿਰਿਆ ਹੈ ਉਹ ਝਰਨ ਨਹੀਂ ਦੇਣੀ, ਕੀ ਫਿਰ ਰੱਬ ਪਾਲੇਗਾ ਸਰੀਰ ਨੂੰ ਬੰਨਣ ਨਾਲ? ਫਿਰ ਤੇ ਖੁਸਰਾ ਵੀ ਬਿੰਦ ਨਹੀਂ ਝਰਨ ਦਿੰਦਾ, ਉਹ ਕਦੀ ਵੀ ਆਪਣੀ ਕਾਮ ਦੀ ਕਿਰਿਆ ਨੂੰ ਅਮਲ 'ਚ ਨਹੀਂ ਲਿਆ ਸਕਦਾ। ਬਿੰਦ ਰਾਖਿਆ ਜੇ ਤਰੀਆ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਗੱਲ ਸਰੀਰ ਨੂੰ ਬੰਨਣ ਦੀ ਨਹੀਂ, ਮਹਾਰਾਜ ਕਹਿੰਦੇ ਗੱਲ ਮਨ ਦੀ ਹੈ। ਤੇ ਇਹਨੂੰ ਜਦੋਂ ਸੰਜਮ 'ਚ ਸਿੱਖ ਰੱਖਦਾ, ਇਹ ਹੈ ਜਾਮਾ ਸੰਕੋਚ ਕੇ ਚੱਲਣਾ। ਹੁਣ ਮਨ ਉਕਸਾ ਰਿਹਾ ਸਾਧ ਸੰਗਤ, ਠੀਕ ਹੈ ਸਰੀਰ ਨੂੰ ਅਸੀਂ ਬੰਨ੍ਹ ਕੇ ਰੱਖ ਲਵਾਂਗੇ ਵੀ ਲੋਕਾਂ ਦੀ ਲੱਜਿਆ ਹੈ, ਕਾਨੂੰਨ ਦਾ ਡਰ ਹੈ, ਜੀ ਕਰਦਾ ਇੱਥੋਂ ਕੁਝ ਚੁੱਕ ਕੇ ਲੈ ਜਾ, ਲੋਕਾਂ ਦੀ ਲੱਜਿਆ ਮਾਰਦੀ ਹੈ, ਕਾਨੂੰਨ ਦਾ ਡਰ ਮਾਰਦਾ, ਜੀ ਕਰਦਾ ਕੁਕਰਮ ਕਰਾਂ, ਕੁਝ ਲੱਜਾ ਕੁਝ ਡਰ। ਪਰ ਮਨ ਨੇ ਕੀ ਕੀ ਕੀਤਾ? ਮਨ ਦੇ ਫੁਰਨਿਆਂ ਨੇ ਕੀ ਕੀ ਕੀਤਾ? ਉਹਨੂੰ ਠੀਕ ਹੈ ਅਮਲ 'ਚ ਨਹੀਂ ਲਿਆਂਦਾ। ਮਹਾਰਾਜ ਸਾਨੂੰ ਕੀ ਕਹਿੰਦੇ? ਨਰ ਅਚੇਤ ਪਾਪ ਤੇ ਡਰ ਰਹੇ। ਅਚੇਤ ਪਾਪ ਕੀ ਹੈ? ਜਿਹੜਾ ਅਚੇਤ ਮਨ 'ਚ ਫੁਰਨਿਆਂ ਦੇ ਰੂਪ ਵਿੱਚ ਚੱਲ ਰਿਹਾ। ਹੁਣ ਆਹ ਜਾਮਾ ਸੰਕੋਚ ਕੇ ਚੱਲਣਾ ਸੀ ਸਾਧ ਸੰਗਤ। ਠੀਕ ਹੈ ਗੁਰੂ ਹਰ ਰਾਏ ਸਾਹਿਬ ਤੇ ਰੱਬੀ ਜੋਤ ਨੇ ਨਾ ਜੀ, ਉਹਨਾਂ ਰਾਹੀਂ ਤੇ ਗਿਆਨ ਪ੍ਰਗਟ ਹੋਣਾ। ਪਰ ਮਹਾਰਾਜ ਨੇ ਸਿੱਖੀ ਦਾ ਅਸੂਲ ਕੀ ਬਣਾਇਆ? ਪੜ੍ਹਾਈ ਕੀ ਪੜ੍ਹਾਈ? ਮਨ ਨੂੰ ਜਿੱਤਣਾ, ਸੰਜਮ 'ਚ ਲਿਆਉਣਾ। ਤੇ ਉਹ ਸੰਜਮ ਹੱਠ ਕਰਕੇ ਨਹੀਂ ਲਿਆਂਦਾ ਸਾਧ ਸੰਗਤ। ਮਨ ਦੇ ਫੁਰਨਿਆਂ ਤੇ ਫਤਿਹ ਸਿੱਖ ਕਦੋਂ ਪਾਉਂਦਾ? ਜਦੋਂ ਉਹਨੂੰ ਫੁਰਨਿਆਂ ਦਾ ਸੋਮਾ ਕੀ ਮਿਲਦਾ? ਸੰਗਤ। ਜਿੱਦਾਂ ਦੀ ਸੰਗਤ ਉਦਾਂ ਦੇ ਫੁਰਨੇ। 4 ਦਿਨ ਚੋਰਾਂ ਦੀ ਸੰਗਤ ਕਰ ਲਓ, ਸੁੱਤੇ ਪਿਆ ਸੁਪਨੇ ਵੀ ਉਦਾਂ ਦੇ ਆਉਣ ਲੱਗ ਪੈਣੇ। ਜਿਸ ਤਰ੍ਹਾਂ ਦੀ ਕੈਟਾਗਰੀ ਹੈ ਲੋਕਾਂ ਦੀ, ਉਸੇ ਤਰ੍ਹਾਂ ਦਾ ਹੀ ਸਾਡੇ ਅਚੇਤ ਮਨ ਤੇ ਅਸਰ ਹੋ ਜਾਂਦਾ। ਸੰਜਮ ਵਿੱਚ ਜਿਉਣਾ। ਥੋੜੀ ਜਿਹੀ ਗੱਲਾਂ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ, ਅੱਜ ਪੁਰਬ ਹੈ ਸਤਿਗੁਰ ਜੀ ਦਾ, ਮੈਂ ਆਪ ਜੀ ਨਾਲ ਸਾਂਝੀਆਂ ਕਰਨ, ਕਿਉਂਕਿ ਇਹ ਜਿਹੜੀਆਂ ਅਸੀਂ ਬਾਣੀ ਦੀਆਂ ਪੌੜੀਆਂ ਸਾਂਝੀਆਂ ਕਰ ਰਹੇ ਹਾਂ, ਇਹ ਸਾਰਾ ਕੁਝ ਇਹ ਗੁਰੂ ਦੀ ਕਥਨੀ ਹੈ ਤੇ ਇਤਿਹਾਸ ਗੁਰੂ ਦੀ ਕਰਨੀ ਹੈ। ਤੇ ਇਹ ਕਦੀ ਵੀ ਨਹੀਂ ਹੈ ਵੀ ਗੁਰੂ ਦੀ ਕਥਨੀ ਹੋਰ ਹੈ ਤੇ ਕਰਨੀ ਹੋਰ ਹੈ। ਇੱਥੇ ਮਹਾਰਾਜ ਕਹਿੰਦੇ ਭੁਗਤ ਗਿਆਨ। ਭੁਗਤ ਦਾ ਅਰਥ ਕੀ ਹੈ? ਭੋਗਣਾ, ਭੋਜਨ ਜਿਹੜਾ ਗਿਆਨ ਦਾ ਭੋਜਨ, ਗਿਆਨ ਭੋਗਣਾ। ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਲੜ ਲਾਇਆ। ਸਭ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਜੀ, ਤੁਸੀਂ ਵੇਖੋ ਸਰੀਰ ਕਰਕੇ ਵਿਚਰਦੇ ਪਏ ਆ, ਪਰ ਗੁਰੂ ਹਰ ਰਾਏ ਸਾਹਿਬ ਜੀ ਸਾਨੂੰ ਕਹਿ ਰਿਹਾ ਵੀ ਸਾਡੀ ਇਹ ਮਨ ਦੀ ਭੁੱਖ ਕਿੱਥੋਂ ਮਿਟਣੀ ਹੈ? ਇਹ ਭੋਜਨ ਕਿੱਥੋਂ ਮਿਲਣਾ ਹੈ? ਸ਼ਬਦ ਵਿੱਚੋਂ, ਬਾਣੀ ਵਿੱਚੋਂ। ਗਿਆਨ ਦੀਆਂ ਕਈ ਕਿਸਮਾਂ ਨੇ ਸਾਧ ਸੰਗਤ। ਗੱਲ ਕੱਲੀ ਗਿਆਨ ਦੀ ਹੁੰਦੀ ਨਾ, ਹੋ ਸਕਦਾ ਇੱਕ ਮਕੈਨਿਕ ਨੂੰ ਬੜਾ ਗਿਆਨ ਹੈ ਵੀ ਗੱਡੀ ਠੀਕ ਕਰਨ ਦਾ, ਇੱਕ ਸਾਇੰਟਿਸਟ ਨੂੰ ਬੜਾ ਗਿਆਨ ਹੈ ਬਈ ਉਹ ਰਾਕਟ ਬਣਾ ਦਿੰਦਾ, ਇੱਕ ਸਾਹਿਤਕਾਰ ਨੂੰ ਬੜਾ ਗਿਆਨ ਹੈ ਉਹ ਕਹਾਣੀਆਂ ਲਿਖ ਸਕਦਾ। ਹਰ ਚੀਜ਼ ਦਾ ਗਿਆਨ ਹੈ ਨਾ ਜੀ। ਹੁਣ ਗੁਰੂ ਸਾਹਿਬ ਜੀ ਕਿਸ ਗਿਆਨ ਨੂੰ ਭੋਜਨ ਬਣਾ ਰਹੇ ਆ? ਮਨ ਦਾ ਭੋਜਨ, ਜਿਹਦੇ ਨਾਲ ਮਨ ਜਿੱਤਣਾ, ਜਿਹਦੇ ਨਾਲ ਸਾਧਨਾ ਕਰਨੀ ਹੈ ਸਿੱਖ ਨੇ। ਬਾਣੀ 'ਚ ਪੁੱਛੀਏ ਗੁਰੂ ਸਾਹਿਬ ਨੂੰ, ਆਪਣੀ ਅਕਲ ਨੂੰ ਪਾਸੇ ਰੱਖ ਦਈਏ, ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਗਿਆਨ ਜਿਹੜਾ ਤੇਰੇ ਮਨ ਨੂੰ ਬਦਲ ਦੇ।
ਮਨ ਸਮਝਾਵਣ ਕਾਰਨੇ। ਗਿਆਨ ਹੋ ਸਕਦਾ ਕਿਸੇ ਨੂੰ ਗੱਡੀਆਂ ਚਲਾਉਣ ਦਾ ਗਿਆਨ ਹੈ, ਗੱਡੀਆਂ ਠੀਕ ਕਰਨ ਦਾ ਗਿਆਨ ਹੈ, ਮਕਾਨ ਬਣਾਉਣ ਦਾ ਗਿਆਨ ਹੈ, ਕੱਪੜੇ ਸੀਣ ਦਾ ਗਿਆਨ ਹੈ। ਉਹ ਗਿਆਨ ਕੀ ਕਰੇਗਾ? ਸਾਡੇ ਢਿੱਡ ਦੀ ਭੁੱਖ ਤੇ ਮਿਟਾ ਸਕੇਗਾ, ਸਾਡੇ ਮਨ ਦੀ ਭੁੱਖ ਨਹੀਂ ਮਿਟਾ ਸਕੇਗਾ। ਸਤਿਗੁਰੂ ਜੀ ਕਹਿ ਰਹੇ ਭੁਗਤ ਗਿਆਨ। ਇੰਨੀ ਕੁ ਗੱਲ ਵਿਚਾਰ ਲਈਏ, ਚਲੋ ਬਾਕੀ ਬਾਅਦ ਚ ਵਿਚਾਰਾਂਗੇ। ਕਿਹੜਾ ਭੋਗ ਜੋਗੀਓ, ਤੁਸੀਂ ਚੂਰਮਾ ਵੰਡਦੇ ਹੋ, ਤੁਸੀਂ ਭੋਜਨ ਵੰਡਦੇ ਹੋ, ਜਦੋਂ ਤੁਹਾਡੀ ਸਿੰਗੀਆਂ ਵੱਜਦੀਆਂ ਤੇ ਤੁਸੀਂ ਚੁਣ ਚੁਣ ਕੇ ਆਪਣੇ ਜੋਗੀਆਂ ਨੂੰ ਤੁਸੀਂ ਉਹ ਚੂਰਮਾ, ਉਹ ਪ੍ਰਸ਼ਾਦ ਵੰਡਦੇ ਹੋ, ਭੋਗ ਵੰਡਦੇ ਹੋ, ਜਿਹੜਾ ਤੁਹਾਡਾ ਭੋਗ ਹੈ। ਕਾਸ਼ ਤੁਸੀਂ ਕਿਤੇ ਗਿਆਨ ਦਾ ਭੋਗ ਵੰਡੋ। ਗੁਰੂ ਦੇ ਘਰ 'ਚ ਕੀ ਹੈ ਸਾਧ ਸੰਗਤ? ਸਾਡੇ ਮਨ ਵਾਸਤੇ ਗਿਆਨ ਦਾ ਭੋਜਨ, ਸਾਡੇ ਤਨ ਵਾਸਤੇ ਪ੍ਰਸ਼ਾਦੇ ਦਾ ਭੋਜਨ। ਅਧੂਰਾ ਜੀਵਨ ਨਹੀਂ ਦਿੱਤਾ ਵੀ ਸਰੀਰ ਨੂੰ ਭੁੱਖਿਆਂ ਮਾਰ ਦੋ ਤੇ ਮਨ ਦੀਆਂ ਤੁਸੀਂ ਗੱਲਾਂ ਕਰੋ। ਨਹੀਂ ਭਾਈ, ਤਨ ਵੀ ਤੰਦਰੁਸਤ ਹੋਵੇ, ਮਨ ਵੀ ਤੰਦਰੁਸਤ ਹੋਵੇ। ਇਸੇ ਲਈ ਗੁਰਸੰਗਤ ਵਿੱਚ ਮਨ ਦਾ ਭੋਜਨ ਤੇ ਪੰਗਤ ਵਿੱਚ ਤਨ ਦਾ ਭੋਜਨ। ਮੈਂ ਫਿਰ ਬੇਨਤੀ ਕਰ ਰਿਹਾ, ਜਦੋਂ ਸਤਿਗੁਰੂ ਜੀ ਕਹਿੰਦੇ ਆ ਗਿਆਨ ਨੂੰ ਭੋਜਨ ਬਣਾਓ, ਤੇ ਜਦੋਂ ਅਸੀਂ ਦੁਨੀਆ ਦੇ ਗਿਆਨ ਦੀ ਗੱਲ ਕਰਦੇ ਆ, ਕਈ ਵਾਰੀ ਉਹ ਭੋਜਨ ਆਹਾਰ ਦੇਣ ਦੀ ਬਜਾਏ, ਤਾਕਤ ਦੇਣ ਦੀ ਬਜਾਏ ਜ਼ਹਿਰ ਬਣ ਜਾਂਦਾ ਜੀ। ਮੈਨੂੰ ਗੱਲਾਂ ਦਾ ਬਹੁਤ ਗਿਆਨ ਹੈ, ਮੈਂ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ, ਮੈਨੂੰ ਇਸ ਚੀਜ਼ ਦਾ ਹੁਨਰ ਹੈ। ਸਤਿਗੁਰੂ ਕਹਿੰਦੇ ਗਿਆਨ ਉਹ ਜਿਹੜਾ ਮਨ ਨੂੰ ਸਮਝਾਵੇ। ਬਾਣੀ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਤੁਸੀਂ ਸਾਰੇ ਪੜ੍ਹਦੇ ਹੋ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਹੁਣ ਉਹ ਕੀ ਕਰਦਾ? ਰੋਟੀ ਖਾ ਰਿਹਾ ਜਿਹੜਾ ਬ੍ਰਹਮ ਗਿਆਨੀ ਆ। ਉਹਦੇ ਮਨ ਦਾ ਭੋਜਨ ਕੀ ਸਾਧ ਸੰਗਤ ਜੀ? ਜਿੱਦਣ ਇਹ ਭੋਜਨ ਖਾਈ ਜਾਵਾਂਗੇ, ਬ੍ਰਹਮ ਦਾ ਗਿਆਨ ਤੇ ਆਪਣੇ ਆਪ ਹੀ ਹੁੰਦਾ ਜਾਏਗਾ। ਫਿਰ ਸੋ ਪਹਿਲੀ ਗੱਲ ਅਸੀਂ ਇਹ ਸਮਝ ਲਈਏ ਵੀ ਜਿਹੜੀ ਗੱਲ ਸਤਿਗੁਰੂ ਜੀ ਕਹਿ ਰਹੇ ਆ, ਅੰਜਨ ਮਾਹੇ ਨਰੰਜਨ ਰਹੀ ਹੈ, ਜਿਹੜੀ ਗੱਲ ਸਤਿਗੁਰੂ ਜੀ ਕਹਿ ਰਹੇ ਆ, ਜਾਮਾ ਸੰਕੋਚ ਕੇ ਚੱਲਣਾ, ਜਿਹੜੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਮਨ ਜੀਤਾ, ਤੇ ਇਹਨੂੰ ਜਿੱਤਣ ਵਾਸਤੇ ਸਾਡੇ ਕੋਲ ਕੀ ਚਾਹੀਦਾ? ਗਿਆਨ ਖੜਗ, ਗਿਆਨ ਦਾ ਖੰਡਾ। ਮਨ ਸਮਝਾਵਣ ਕਾਰਨੇ ਕਛੁਕ ਪੜੀਐ ਗਿਆਨ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੈਠੇ ਆ ਸ੍ਰੀ ਕੀਰਤਪੁਰ ਸਾਹਿਬ। ਸੰਗਤ ਆਈ ਪੱਛਮ ਵੱਲੋਂ, ਕਾਬਲ ਤੋਂ, ਅਫਗਾਨ ਤੋਂ ਬੇਅੰਤ ਸੰਗਤ ਆਉਂਦੀ ਸੀ ਜੀ। ਸਿੱਖੀ ਦਾ ਬੋਲ ਬਾਲਾ ਗੁਰੂ ਨਾਨਕ ਸਾਹਿਬ ਜੀ ਨੇ ਬੀਜ ਬੋਇਆ। ਲੋਕੀ ਗੁਰੂ ਨਾਨਕ ਦੀ ਸੋਚ। ਮੇਰੀ ਇੱਕ ਹੋਰ ਬੇਨਤੀ, ਜਦੋਂ ਅਸੀਂ ਗੱਲ ਸਿੱਖ ਦੀ ਕਰਦੇ ਹਾਂ ਤਾਂ ਮਤਲਬ ਇਹ ਨਹੀਂ ਕੋਈ ਇਹ ਉਹ ਵਿਸ਼ੇਸ਼ ਕੈਟਾਗਰੀ ਸੀ ਜਿਹੜੀ ਅਸਮਾਨ ਤੋਂ ਉਤਰੀ ਸੀ। ਇੱਥੇ ਹੀ ਪੈਦਾ ਹੋਏ ਲੋਕ ਸਨ। ਬਹੁਤ ਲੋਕ ਹਿੰਦੂਆਂ ਦੇ ਘਰਾਂ 'ਚ ਪੈਦਾ ਹੋਏ ਸੀ, ਮਾਂ ਪਿਓ ਹਿੰਦੂ ਸੀ। ਬਹੁਤ ਸਾਰੇ ਲੋਕ ਮੁਸਲਮਾਨਾਂ ਦੇ ਘਰਾਂ 'ਚ ਪੈਦਾ ਹੋਏ ਸੀ, ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਿੱਖਿਆ ਸਮਝ ਆਈ ਤੇ ਸਿੱਖਿਆ ਨੂੰ ਅਪਣਾ ਲਿਆ। ਇਸੇ ਸਮਾਜ 'ਚ ਪੈਦਾ ਹੋਏ ਲੋਕ ਸਿੱਖ ਬਣੇ। ਇਹ ਕੋਈ ਬਹਿਸ ਨਹੀਂ ਹੈ ਵੀ ਤੇਰਾ ਪਿਛੋਕੜ ਕੀ ਸੀ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਸਿੱਖੀ ਦੇ ਅੰਦਰ ਜਨਮ ਉਦਣ ਮੰਨਿਆ ਜਾਂਦਾ ਜਿੱਦਣ ਗੁਰੂ ਨਾਨਕ ਦੀ ਸਿੱਖਿਆ ਅਪਣਾ ਕੇ ਇਸ ਘਰ 'ਚ, ਜਦੋਂ ਕਹਿੰਦੇ ਨਾ ਸਤਿਗੁਰ ਕੈ ਜਨਮੈ, ਗਮਨ ਮਟਾਇਆ। ਇਸੇ ਲਈ ਕਹਿੰਦੇ ਖਾਲਸੇ ਦਾ ਜਨਮ ਸਥਾਨ ਆਨੰਦਪੁਰ ਸਾਹਿਬ। ਤੇ ਜੇ ਫਿਰ ਕੋਈ ਕਹੇ ਜੀ ਇਹਨਾਂ ਦਾ ਪਿਛੋਕੜ ਫਲਾਣੇ ਘਰ ਜੰਮੇ ਸੀ, ਉਹਦੇ ਨਾਲ ਜੁੜਦਾ ਉਸ ਫਿਰਕੇ ਨਾਲ, ਇਹ ਬਿਲਕੁਲ ਅਗਿਆਨਤਾ ਦੀਆਂ ਤੇ ਮੂਰਖਤਾ ਦੀਆਂ ਗੱਲਾਂ। ਤਾਂ ਉਹ ਲੋਕ ਪੱਛਮ ਵੱਲੋਂ, ਕਾਬਲ ਵੱਲੋਂ, ਅਫਗਾਨ ਵੱਲੋਂ ਸਿੱਖਾਂ ਦੇ ਕਾਫਲੇ, ਉਹਨਾਂ ਕੋਲ ਸੀ ਸ਼ਬਦ ਦੀ ਟੇਕ। ਇੱਕ ਹੋਰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ, ਜਿਹੜਾ ਭੁਗਤ ਗਿਆਨ ਹੈ ਨਾ, ਉਹ ਹੈ ਸਾਡੇ ਮਨ ਦਾ ਭੋਜਨ। ਜਿਹੜਾ ਪ੍ਰਸ਼ਾਦਾ ਹੈ ਉਹ ਤਨ ਦਾ ਭੋਜਨ ਹੈ। ਹੁਣ ਤਨ ਦਾ ਭੋਜਨ ਖਾਧਾ, ਸਿਰਫ ਪੇਟ ਦੀ ਪੂਰਤੀ ਹੋਈ। ਖਿਆਲ ਕਰਿਓ, ਸਿਰਫ ਪੇਟ ਦੀ, ਉਦਰ ਦੀ ਪੂਰਤੀ ਹੋਈ। ਇੱਕ ਭੋਜਨ, ਇੱਕ ਗੁਰੂ ਸਾਹਿਬ ਜੀ ਭੋਜਨ ਦਿੰਦੇ ਸਾਨੂੰ, ਜਿਨ ਭੁੱਖਾਂ ਸਭ ਗਵਾਈਆਂ। ਸਭ ਕਿਹਾ ਸਾਧ ਸੰਗਤ। ਪੇਟ ਭਰ ਗਿਆ, ਪਰ ਅੱਖਾਂ ਦੀ ਵਾਸ਼ਨਾ ਉਹ ਭੁੱਖ ਉਦਾਂ ਹੀ ਹੈ। ਕੰਨਾਂ ਨੂੰ ਨਿੰਦਿਆ ਸੁਣਨ ਦੀ ਭੁੱਖ ਹੈ, ਉਦਾਂ ਹੀ ਹੈ। ਜੀਵ ਨੂੰ ਰਸਾਂ ਕਸਾਂ ਦੀ ਭੁੱਖ ਹੈ, ਉਦਾਂ ਹੀ ਹੈ। ਪੇਟ ਭਰ ਗਿਆ, ਭੁੱਖਾਂ ਤੇ ਨਹੀਂ ਨਾ ਮਿਟੀਆਂ, ਸਭ ਭੁੱਖਾਂ ਨਹੀਂ ਮਿਟੀਆਂ। ਇੱਕ ਭੋਜਨ ਸਤਿਗੁਰ ਜੀ ਬਖਸ਼ ਰਹੇ ਹੈ, ਜਿਹੜਾ ਭੋਜਨ ਕੀ ਕਰਦਾ? ਭੁੱਖਾਂ ਸਭ ਗਵਾਈਆਂ। ਇੱਕ ਹੋਰ ਬੇਨਤੀ, ਅਸੀਂ ਤਨ ਦੇ ਭੋਜਨ ਨੂੰ ਸੰਜਮ ਤੋਂ ਵੱਧ ਵਰਤਿਆ,
ਤਨ ਰੋਗੀ ਹੋ ਜਾਏਗਾ। ਪਰ ਜਿਹੜਾ ਭੋਜਨ ਭੁਗਤ ਗਿਆਨ ਗੁਰੂ ਸਾਹਿਬ ਦੇ ਰਹੇ ਆ, ਇਹ ਜਿੰਨਾ ਆਏਗਾ ਸਾਧ ਸੰਗਤ ਓਨਾ ਅਰੋਗ ਹੋਵਾਂਗੇ। ਸਰੀਰ ਨੂੰ ਜਿਉਂਦਾ ਰੱਖਣ ਅਸੀਂ ਪਤਾ ਕਿਉਂ ਖਾਂਦੇ ਆ? ਜਿਉਣ ਵਾਸਤੇ ਖਾਂਦੇ ਆ। ਬਦਕਿਸਮਤੀ ਇਹ ਹੈ ਜਦੋਂ ਅਸੀਂ ਖਾਣ ਵਾਸਤੇ ਜਿਉਣਾ ਸ਼ੁਰੂ ਕਰ ਦਿੱਤਾ, ਤਨ ਰੋਗੀ ਹੋ ਗਏ, ਬੇਕਾਰ ਹੋ ਗਏ। ਖਾਣਾ ਹੈ ਜਿਉਣ ਵਾਸਤੇ। ਕਿੰਨਾ ਸੰਜਮ ਚ ਆ ਗਿਆ, ਜਿਹਨੂੰ ਕਹਿੰਦੇ ਥੋੜਾ ਸਮਾਂ ਥੋੜਾ ਹੀ ਖਾਵੇ। ਖਾਣ ਵਾਸਤੇ ਇਹ ਮਹੱਤਵ ਨਹੀਂ ਰੱਖਦਾ ਵੀ ਹਾਏ ਖਾਣਾ। ਹੁਣ ਜਿਹੜਾ ਬੇਚੈਨ ਮਨ ਹੈ ਨਾ, ਬੇਚੈਨ ਮਨ, ਜਿੰਨੇ ਲੋਕੀ ਤੁਸੀਂ ਵੇਖੋਗੇ ਦੁਨੀਆ ਦੇ ਭੋਗ ਵਿਲਾਸਾਂ 'ਚ ਪਏ ਡੁੱਬੇ ਆ, ਇੱਕ ਨਸ਼ਈ ਨੂੰ ਨਸ਼ੇ ਦੀ ਤਲਬ ਲੱਗਦੀ ਹੈ। ਇਹ ਨਹੀਂ ਕਿ ਸਰੀਰ ਮੰਗ ਰਿਹਾ, ਉਹਦਾ ਇਹ ਵੀ ਮਨੋ ਰੋਗ ਹੈ ਜੀ। ਅੱਜ ਮਾਨਸਿਕ ਰੋਗਾਂ ਦੇ ਇਲਾਜ ਕਰਨ ਵਾਲੇ ਨੂੰ ਪੁੱਛੋ ਮਨੋਵਿਗਿਆਨੀਆਂ ਨੂੰ, ਉਹ ਸਾਈਕੋਲੋਜੀਕਲੀ ਇਲਾਜ ਕਰਨਗੇ। ਹੁਣ ਮਨ ਬੇਚੈਨ ਹੈ ਤੇ ਉਹ ਸਰੀਰ ਨੂੰ, ਜੀਵ ਨੂੰ ਮਾੜੇ ਰਸਾਂ ਵੱਲ ਪ੍ਰੇਰਿਤ ਕਰ ਰਿਹਾ। ਪਰ ਜੇ ਭੁਗਤ ਗਿਆਨ ਮਿਲ ਜੇ ਸਾਧ ਸੰਗਤ ਜੀ, ਤੇ ਕੀ ਹੋਏਗਾ? ਖੁਸ਼ੀ ਆਏਗੀ। ਇੱਕ ਭੋਜਨ, ਇੱਕ ਆਹਾਰ ਅਸੀਂ ਦੁੱਖ ਚੋਂ ਲੈ ਰਹੇ ਹਾਂ ਤੇ ਦੁੱਖ ਦੇ ਰਿਹਾ। ਬੰਦਾ ਦੁਖੀ ਕਹਿੰਦਾ ਜੀ ਮੈਂ ਦੁਖੀ ਹਾਂ, ਮੈਂ ਤਾਂ ਕਰਕੇ ਇਸ ਪਾਸੇ ਨੂੰ ਤੁਰ ਪਿਆ, ਆ ਵੀ ਖਾਣ ਲੱਗ ਪਿਆ, ਮੈਂ ਵੀ ਖਾਣ ਲੱਗ ਪਿਆ, ਜੋ ਅੱਜ ਸਾਡੀ ਹਾਲਤ ਬਣੀ ਹੋਈ ਹੈ। ਉਹ ਦੁੱਖ ਦੇ ਵਿੱਚੋਂ ਨਿਕਲਿਆ ਤੇ ਦੁੱਖ ਦੇ ਰਿਹਾ। ਪਰ ਜਿਹੜਾ ਭੁਗਤ ਗਿਆਨ ਸਤਿਗੁਰੂ ਜੀ ਕਹਿ ਰਹੇ ਨੇ, ਯਕੀਨ ਕਰਿਓ, ਇਹਨੇ ਖੁਸ਼ੀ ਦੇਣੀ ਹੈ, ਇਹਨੇ ਚਾਓ ਦੇਣਾ, ਇਹਨੇ ਸਕੂਨ ਦੇਣਾ। ਤੇ ਜਦੋਂ ਖੁਸ਼ੀ ਹੋਵੇ, ਚਾਓ ਹੋਵੇ ਨਾ, ਫਿਰ ਸਰੀਰ ਨੂੰ ਵੀ એનર્ਜੀ ਮਿਲਦੀ। ਤੁਸੀਂ ਹੈਰਾਨ ਹੋਵੋਗੇ, ਦੁੱਖ ਕਰਕੇ, ਦੁੱਖ ਦੇਣ ਵਾਲਾ ਭੋਜਨ ਖਾਦਾ, ਸਰੀਰ ਕਰਕੇ ਵੀ ਬੇਸੁਰਤ ਹੋ ਗਿਆ, ਸਰੀਰ ਕਰਕੇ ਵੀ ਰੋਗੀ ਹੋ ਗਿਆ। ਪਰ ਜਿੱਦਣ ਭੁਗਤ ਗਿਆਨ ਛਕਿਆ, ਅੰਦਰ ਖੁਸ਼ੀ ਆਈ, ਅੰਦਰ ਚਾਅ ਆਇਆ, ਇੰਨੀ એનર્ਜੀ ਨੀਂਦ ਹੀ ਨਹੀਂ ਆਉਂਦੀ। ਦੁਨਿਆਵੀ ਤੌਰ ਤੇ ਉਦਾਹਰਨ ਮੈਂ ਬੜੀ ਵਾਰੀ ਦਿੰਦਾ ਹੁੰਦਾ। ਦੁਨਿਆਵੀ ਖੁਸ਼ੀ ਹੋਵੇ ਨਾ, ਮਾਂ ਨੂੰ ਪੁੱਤਰ ਦਾ ਵਿਆਹ ਆ, ਭੋਜਨ ਦੀ ਭੁੱਖ ਵੀ ਖਤਮ ਹੋ ਗਈ। ਉਹ ਦੂਜਿਆਂ ਨੂੰ ਕਹਿ ਰਹੀ ਹੈ ਭੋਜਨ ਖਾ ਲਓ, ਦੂਸਰਿਆਂ ਨੂੰ, ਰਿਸ਼ਤੇਦਾਰਾਂ ਨੂੰ ਪੁੱਛ ਰਹੀ ਹੈ ਭੋਜਨ ਖਾ ਲਓ। ਉਹਨੂੰ ਪੁੱਛੋ ਤੂੰ ਖਾਧਾ, ਕਹਿੰਦੇ ਮੈਨੂੰ ਚੇਤਾ ਹੀ ਨਹੀਂ, ਲੋੜ ਹੀ ਨਹੀਂ ਮਹਿਸੂਸ, ਪਤਾ ਹੀ ਨਹੀਂ ਲੱਗਿਆ। ਅੱਛਾ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ, ਮੈਂ ਖਾਧਾ ਹੀ ਨਹੀਂ ਹੋਇਆ ਸਵੇਰ ਦਾ ਕੁਛ ਵੀ। ਕੀ ਹੈ ਭਲਾ ਜੀ? ਇਹ ਹੈ ਭੁਗਤ ਗਿਆਨ। ਇਹ ਅੰਦਰ ਇੰਨੀ ਖੁਸ਼ੀ। ਫਿਰ ਹੋਰ ਇੱਕ ਬੇਨਤੀ, ਬੰਦਾ ਕੇਵਲ ਸੰਸਾਰੀ ਬਾਹਰਲੇ ਭੋਜਨ ਤੇ ਪਦਾਰਥ ਦੇ ਉੱਤੇ ਨਿਰਭਰ ਹੈ, ਲੇਜੀ ਹੋ ਗਿਆ, ਸੁਸਤ ਹੋ ਗਿਆ। ਪਰ ਜਿੱਦਣ ਇਹ ਗਿਆਨ ਨੇ ਅੰਦਰ ਖੁਸ਼ੀ ਵਾਲਾ ਭੋਜਨ ਦਿੱਤਾ, ਸੁਸਤੀ ਵੀ ਖਤਮ ਹੋ ਗਈ ਜੀ, ਉਹ ਨੀਂਦਰਾ ਵੀ ਖਤਮ ਹੋ ਗਿਆ। ਇੰਨੀ ਖੁਸ਼ੀ ਦੁਨਿਆਵੀ ਤੌਰ ਤੇ ਹੀ ਆ ਜੇ ਤੇ ਕਹਿੰਦੇ ਜੀ 2 ਰਾਤਾਂ ਸੁੱਤੇ ਹੀ ਨਹੀਂ ਜਿੱਦਣ ਸਾਡੇ ਘਰ ਵਿਆਹ ਸੀ। ਗੁਰੂ ਸਾਹਿਬ ਜੀ ਸਾਨੂੰ ਇਸ ਤਰ੍ਹਾਂ ਦਾ ਆਹਾਰ ਬਖਸ਼ ਰਿਹਾ। ਗੱਲ ਭਾਵੇਂ ਜੋਗੀਆਂ ਨਾਲ ਹੋ ਰਹੀ ਹੈ, ਗੱਲ ਭਾਵੇਂ ਗੁਰਮੁਖੋ 550 ਸਾਲ ਪਹਿਲਾਂ ਹੋਈ ਹੈ, ਪਰ ਸਿੱਖਿਆ ਸਾਰਿਆਂ ਵਾਸਤੇ ਹੈ ਤੇ ਅੱਜ ਵੀ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਸਿੰਘਾਸਨ ਤੇ ਪਲੰਘੇ ਤੇ ਬੈਠੇ ਸੀ, ਇਦਾਂ ਆਦਰ ਨਾਲ, ਅਦਬ ਦੇ ਨਾਲ। ਸਿੱਖ ਗੱਲਾਂ ਬਚਨ ਕਰ ਰਹੇ ਮਹਾਰਾਜ ਨਾਲ, ਤੇ ਇਹ ਕਾਬਲ ਦੀ ਪੱਛਮ ਦੀ ਸੰਗਤ ਸ਼ਬਦ ਦੀ ਟੇਕ 'ਚ ਉਮਾ ਭੁਗਤ ਗਿਆਨ ਕੀ ਉਹਨਾਂ ਨੂੰ ਥੱਕਣ ਹੀ ਨਹੀਂ ਸੀ ਦਿੰਦਾ ਜੀ। ਕਿੱਥੋਂ ਪੈਦਲ ਚੱਲਦੇ ਸੀ ਸੈਂਕੜੇ ਮੀਲ, ਕੋਈ ਪੁਲ ਨਹੀਂ ਸਨ, ਕੋਈ ਰਸਤੇ ਨਹੀਂ ਸਨ, ਜੰਗਲਾਂ ਵਿੱਚ ਦੀ, ਨਦੀਆਂ ਵਿੱਚ ਦੀ, ਰਾਹ ਵਿਖੜੇ ਪੈਂਡੇ, ਔਖੇ ਘਾਟੀਆਂ, ਮੁਸ਼ਕਲਾਂ, ਖਤਰੇ ਰਸਤੇ ਦੇ ਵਿੱਚ। ਪਰ ਜਿਹੜਾ ਭੁਗਤ ਗਿਆਨ, ਉਹਨੂੰ ਭੁੰਚਣ ਦੀ ਭੁੱਖ ਸੀ ਨਾ, ਜਿਹੜੀ ਖਾਣ ਦੀ ਭੁੱਖ ਸੀ, ਕੈਸੀ એનર્ਜੀ ਦਿੰਦੀ ਸੀ, ਕੈਸਾ ਉਤਸ਼ਾਹ ਦਿੰਦੀ ਸੀ। ਅੱਜ ਮਾਫੀ ਮੰਗ ਕੇ ਕਹਿੰਦਾ, ਸਿੱਖਾਂ ਦਾ ਵੀ ਵੇਖੋ, ਲੰਗਰ ਗੁਰੂ ਦੀ ਦਾਤ ਹੈ, ਇਹਨੂੰ ਭੰਡਦਾ ਨਹੀਂ ਮੈਂ, ਪਰ ਸਾਰੇ ਦਾ ਸਾਰਾ ਜ਼ੋਰ ਸਰੀਰ ਦੇ ਭੋਜਨ ਤੇ ਲੱਗਿਆ ਹੋਇਆ ਹੈ। ਜਿਹੜਾ ਭੁਗਤ ਗਿਆਨ ਗੁਰੂ ਨੇ, ਅਸੀਂ ਇਕੱਲਾ ਜੋਗੀਆਂ ਨੂੰ ਥੋੜਾ ਕਿਹਾ, ਸਾਨੂੰ ਵੀ ਤੇ ਕਿਹਾ। ਸਾਰਾ ਜ਼ੋਰ, ਜਿੰਨਾ ਰਸ਼ ਅੱਜ ਕੀ ਹੁੰਦਾ, ਤੁਸੀਂ ਵੱਡੇ ਵੱਡੇ ਸਮਾਗਮ ਵੇਖ ਲਓ, ਸਾਰਾ ਰਸ਼ ਜਿਹੜਾ ਉਹ ਲੰਗਰ ਵਾਲੇ ਪਾਸੇ ਹੁੰਦਾ। ਠੀਕ ਆ, ਉਹ ਸਤਿਕਾਰਯੋਗ ਆ, ਅਸੀਂ ਅਦਬ ਕਰਦੇ ਹਾਂ, ਮੱਥਾ ਟੇਕ ਕੇ ਛਕਦੇ ਹਾਂ, ਜ਼ਰੂਰਤ ਹੈ, ਗੁਰੂ ਦਾ ਪ੍ਰਸਾਦ ਕਹਿ ਕੇ ਛਕਦੇ ਹਾਂ। ਪਰ ਭੁਗਤ ਗਿਆਨ ਵਾਲੇ ਪਾਸੇ ਜਿਹਨੇ ਅੰਦਰੋਂ ਖੁਸ਼ੀ ਦੇਣੀ ਸੀ, ਉਧਰ ਨਹੀਂ ਰਸ਼ ਹੁੰਦਾ, ਉਧਰੋਂ ਨਹੀਂ ਸਵਾਦ ਉਹਨਾਂ ਹੁੰਦਾ।
ਕਿੰਨਾ ਖਰਚਾ, ਕਿੰਨੀਆਂ ਵੈਰਾਈਟੀਆਂ। ਸਾਡੀਆਂ ਤੇ ਸ਼ਤਾਬਦੀਆਂ ਸਮਾਗਮ, ਜਿੱਥੇ ਭੁਗਤ ਗਿਆਨ ਦੀ ਗੱਲ ਹੋਣੀ ਸੀ, ਉਹ 200 ਸਾਲਾ ਆਇਆ ਤੇ 200 ਤਰ੍ਹਾਂ ਦਾ ਲੰਗਰ, 300 ਸਾਲਾ ਆਇਆ ਤੇ 300 ਤਰ੍ਹਾਂ ਦਾ ਲੰਗਰ। ਚਲੋ ਮੈਂ ਕਹਿੰਦਾ ਜੀ ਹੋਰ ਵਧੀਆ ਤੋਂ ਵਧੀਆ ਕਰੋ। ਕਈ ਮੇਰੇ ਵਰਗੇ ਐਸੇ ਹੋਣਗੇ ਜਿਨ੍ਹਾਂ ਨੂੰ ਘਰ ਚੰਗੀ ਰੋਟੀ ਕਦੀ ਮਿਲੀ ਨਹੀਂ, ਵਿਚਾਰੇ ਛਕ ਲੈਣਗੇ। ਪਰ ਜ਼ਿਆਦਾ ਇੰਪੋਰਟੈਂਸ ਕਿਹਦੀ ਸੀ? ਸਿਰਫ ਉਹ ਜਿਉਣ ਵਾਸਤੇ ਖਾਣਾ ਸੀ, ਖਾਣ ਵਾਸਤੇ ਨਹੀਂ ਜਿਉ ਰਹੇ। ਜ਼ਿਆਦਾ ਜ਼ੋਰ ਉਸ ਪਾਸੇ ਲੱਗਿਆ ਤੇ ਭੁਗਤ ਗਿਆਨ ਵਾਲਾ ਜਿਹੜਾ ਭੋਜਨ ਸੀ, ਉਹਦੇ ਗਾਹਕ ਥੋੜੇ ਰਹਿ ਗਏ। ਸਿੱਖਾਂ ਚੋਂ ਮਾਹ ਪੜਾ, ਗੁਰੂ ਕੋਲ ਜਾਵਾਂਗੇ, ਉੱਥੇ ਜਾ ਕੇ ਭੁਗਤ ਗਿਆਨ ਮਿਲੇਗਾ ਸਾਨੂੰ। ਭੋਗ, ਭੁਗਤ ਮਤਲਬ ਭੋਗ। ਜਿਹੜੀ ਗੱਲ ਜੋਗੀਆਂ ਨਾਲ ਕਰ ਰਹੇ ਨਾ ਸਾਧ ਸੰਗਤ ਜੀ, ਜਦੋਂ ਬਾਣੀ ਦੇ ਵਿੱਚੋਂ ਅਸੀਂ ਇਹਨੂੰ ਵਿਸਥਾਰ ਦੇਣ ਦਾ ਯਤਨ ਕਰਾਂਗੇ, ਸੱਚ ਪੁੱਛੋ ਤੇ ਫਿਰ ਜ਼ੁਬਾਨ ਤਾਲੂ ਨਾਲ ਲੱਗ ਜਾਂਦੀ ਹੈ। ਜੋਗੀਆਂ ਕੋਲ ਕੀ ਸੀ? ਜੁਗਤ। ਲੱਭਦੇ ਕੀ ਸੀ? ਮੁਕਤ। ਵੰਡਦੇ ਕੀ ਸੀ? ਚੂਰਮਾ, ਜਿਹਨੂੰ ਭੁਗਤ ਕਿਹਾ। ਸਤਿਗੁਰੂ ਜੀ ਨੇ ਸਾਨੂੰ ਇੱਕ ਸ਼ਬਦ ਕਿਹਾ ਬਾਣੀ 'ਚ, ਕਹਿੰਦੇ ਸਿੱਖਾ ਗੁਰੂ ਕੋਲ ਆਈ, ਗੁਰੂ ਦਾ ਹੁਕਮ ਮੰਨੀ, ਤੈਨੂੰ ਜੁਗਤ ਵੀ ਸਮਝ ਵਿੱਚ ਆ ਜਾਏਗੀ, ਤੈਨੂੰ ਮੁਕਤ ਵੀ ਮਿਲ ਜਾਏਗੀ ਤੇ ਤੈਨੂੰ ਭੁਗਤ ਗਿਆਨ ਵੀ ਮਿਲ ਜਾਏਗਾ। ਮੁਕਤ, ਭੁਗਤ, ਜੁਗਤ ਤੇਰੀ, ਬੋਲੋ ਨਾ ਬਚਨ ਆਉਂਦਾ ਤੇ, ਤੇਰੀ ਸੇਵਾ। ਸੇਵਾ ਕੀ? ਤੈਨੂੰ ਮੰਨਣਾ, ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਬਾਣੀ। ਤੇਰੀ ਗੱਲ ਨੂੰ ਮੰਨਣਾ, ਇਹ ਸੇਵਾ ਹੈ। ਇਹ ਨਹੀਂ ਕਿ ਜਿੱਥੇ ਮੇਰਾ ਜੀ ਕਰੇਗਾ ਮੈਂ ਉਹ ਕਰਾਂਗਾ, ਇਹ ਸੇਵਾ ਹੈ। ਮਾਫ ਕਰਿਓ ਸਾਧ ਸੰਗਤ, ਅੱਜ ਸੇਵਾ ਉਹ ਹੈ ਜੋ ਮੇਰਾ ਜੀ ਕਰਦਾ। ਮੈਨੂੰ ਕੋਈ ਕਹੇ ਵੀ ਭਾਈ ਕਥਾ ਛੱਡ ਕੇ ਹੁਣ ਭਾਂਡੇ ਮਾਂਜਣੇ ਸ਼ੁਰੂ ਕਰ ਦੇ ਤੂੰ ਮਹੀਨਾ, ਨਹੀਂ ਮਨ ਮੰਨੇਗਾ। ਮੈਂ ਤੇ ਉੱਚੇ ਥਾਂ ਤੇ ਬਹਿਣ ਵਾਲੀ ਸੇਵਾ ਕਰਨੀ ਹੈ, ਖਿਮਾ ਕਰਿਓ। ਕਦੀ ਬਾਬਾ ਦੀਪ ਸਿੰਘ ਨੂੰ ਪੁੱਛੋ, ਭਾਵੇਂ ਗੁਰੂ ਸਾਹਿਬ ਜੀ ਭਾਂਡੇ ਮੰਜਵਾ ਲਓ, ਭਾਵੇਂ ਝਾੜੂ ਮਰਵਾ ਲਓ, ਭਾਵੇਂ ਹੱਥ ਵਿੱਚ ਕਲਮ ਫੜਾ ਕੇ ਗੁਰੂ ਗ੍ਰੰਥ ਸਾਹਿਬ ਲਿਖਣ ਲਾ ਦਿਓ, ਤੇ ਭਾਵੇਂ ਸੇਵਾ ਵਿੱਚ ਜ਼ਿੰਦਗੀ ਲਾਉਣੀ ਹੈ ਤੇ ਖੰਡਾ ਫੜਾ ਦਿਓ। ਤੇਰੇ ਹੁਕਮ ਨੂੰ ਮੰਨਣਾ, ਇਹ ਸੇਵਾ ਦੀ ਵਿਆਖਿਆ। ਨਾ ਸਾਨੂੰ ਕੋਈ ਜੁਗਤ ਸਿੱਖਣ ਦੀ ਲੋੜ, ਨਾ ਸਾਨੂੰ ਮੁਕਤੀ ਵਾਸਤੇ ਤਰਲੇ ਲੈਣ ਦੀ ਲੋੜ। ਆਪੇ ਬੰਦ ਖਲਾਸੀ ਭਾਣਾ ਹੋਏ, ਬੰਧਨਾਂ ਤੋਂ ਛੁਟਕਾਰਾ ਹੋਏਗਾ। ਤੇ ਨਾ ਸਾਨੂੰ ਇਹ ਚੂਰਮੇ ਪ੍ਰਾਪਤ ਕਰਨ ਦੀ ਲੋੜ ਵੀ ਕਿੱਥੋਂ ਭੁਗਤ ਪ੍ਰਾਪਤ ਹੋਣੀ ਆ। ਮੁਕਤ, ਭੁਗਤ, ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਤੇ ਸਿੱਖ ਨੂੰ ਸਿੱਧੀ ਟਿਕਟ ਕੱਟ ਕੇ ਦਿੱਤੀ ਸੱਚਖੰਡ ਦੀ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਤਾਂ ਲਾਏ। ਆਓ ਆਪਣੇ ਘਰ ਨੂੰ ਸੱਚਖੰਡ ਬਣਾਈਏ, ਆਪਣੇ ਘਰ 'ਚ ਕੀਰਤੀ ਲੈ ਕੇ ਚੱਲੀਏ ਅਸੀਂ। ਸਿੱਖ ਉਹ ਭੁਗਤ ਗਿਆਨ ਦੇ ਮਤਲਾਸ਼ੀ ਨੇ। ਬਾਣੀ ਪੜ੍ਹਦੇ ਸੰਗਤੀ ਰੂਪ 'ਚ ਅੰਦਰ ਇੰਨਾ ਉਮਾ, ਇੰਨਾ ਚਾਅ, ਇੰਨੀ ਖੁਸ਼ੀ। ਦੁਨੀਆਦਾਰੀ ਦੇ ਭੋਜਨ ਸਿਰਫ ਸਰੀਰ ਵਾਸਤੇ ਨੇ, ਇਹ ਮਨ ਦਾ ਭੋਜਨ ਇੰਨਾ ਪਿਆਰ, ਇੰਨਾ ਉਤਸ਼ਾਹ ਦਿੰਦਾ। ਆਏ ਤੇ ਗੁਰੂ ਸਾਹਿਬ ਸਿੰਘਾਸਨ ਤੇ ਬਿਰਾਜਮਾਨ ਸੀ। ਜਦੋਂ ਸਿੱਖ ਦਿਸੇ ਆਉਂਦੇ ਕਾਫਲਾ, ਆਵਾਜ਼ ਕੰਨਾਂ 'ਚ ਪਈ ਸ਼ਬਦ ਪੜ੍ਹਦਿਆਂ ਦੀ, ਉਹ ਬਾਣੀ ਪੜ੍ਹਦੇ ਆਉਂਦੇ ਸੀ ਸਿੱਖ। ਸਤਿਗੁਰ ਆਇਓ ਸ਼ਰਨ ਤੁਹਾਰੀ। ਮਾਫੀ ਮੰਗ ਕੇ ਕਹਿੰਦਾ, ਮੈਂ ਇਹ ਦਰਵਾਜ਼ਾ ਟੱਪਦਿਆਂ ਗੱਡੀਆਂ ਵੇਖਦਾ ਤੇ ਉੱਚੀ ਉੱਚੀ ਡੀਜੇ ਵਾਂਗ ਵਿੱਚ ਗੀਤ ਲੱਗੇ ਹੁੰਦੇ ਆ। ਮਾਫੀ, ਸਾਰੀਆਂ ਨਹੀਂ, ਇਹ ਕਦੀ ਕਦੀ ਐਸੇ ਵੀ ਆ ਜਾਂਦੀਆਂ। ਉਹ ਜਦੋਂ ਸਿੱਖ ਤੁਰਦੇ ਸੀ ਨਾ ਮੈਂਟਲੀ ਪ੍ਰਪੇਅਰ ਹੋ ਕੇ, ਉਹਨਾਂ ਦਾ ਆਹਾਰ ਹੀ ਗੁਰੂ ਦੀ ਯਾਦ ਹੁੰਦੀ ਸੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਏਦਾਂ ਅਰਦਾਸਾਂ। ਮਹਾਰਾਜ ਨੇ ਬਾਣੀ ਸੁਣੀ ਤੇ ਛੇਤੀ, ਇੰਨੀ ਛੇਤੀ ਉੱਠੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਗੋਡੇ ਤੇ ਚੋਟ ਲੱਗ ਗਈ। ਪਲੰਗੇ ਦਾ ਪਾਵਾ, ਜਿਹੜੇ ਵੀ ਮੰਜੇ ਵੱਡੇ ਤੇ ਪਲੰਗੇ ਤੇ ਬੈਠੇ ਸੀ, ਇੰਨੀ ਛੇਤੀ ਨਾਲ ਉੱਠੇ ਮਹਾਰਾਜ, ਸੱਟ ਲੱਗ ਗਈ। ਸੰਗਤ ਆਈ,
ਪਿਆਰ ਨਾਲ ਅਦਬ ਨਾਲ ਮਿਲੇ, ਬੈਠ ਗਈ, ਬਚਨ ਬਿਲਾਸ ਕੀਤੇ। ਜਦੋਂ ਗੁਰੂ ਸਾਹਿਬ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਚੱਲੇ ਨਾ, ਤੇ ਕੁਝ ਸਿੱਖ ਜਿਹੜੇ ਨੇ ਨਾ, ਉਹਨਾਂ ਨੇ ਮਨ 'ਚ ਸਵਾਲ ਸੀ, ਉਹਨਾਂ ਨੇ ਸਵਾਲ ਕੀਤਾ ਗੁਰੂ ਹਰਿ ਸਾਹਿਬ ਜੀ ਨੂੰ। ਕਹਿੰਦੇ ਸੱਚੇ ਪਾਤਸ਼ਾਹ, ਸਾਡੇ ਮਨ 'ਚ ਇੱਕ ਸ਼ੰਕਾ ਹੈ, ਧੰਨ ਸਿੱਖ ਤੇ ਧੰਨ ਗੁਰੂ। ਸਿੱਖ ਗੁਰੂ ਨੂੰ ਪੁੱਛਦੇ ਆ ਤੇ ਗੁਰੂ ਸਿੱਖਾਂ ਦੇ ਸ਼ੰਕੇ ਨਿਵਰਤ ਕਰਦਾ। ਗੱਲਾਂ ਕਰਨੀਆਂ ਗੁਰੂ ਨਾਲ, ਕਾਸ਼ ਕਿਤੇ ਸਾਨੂੰ ਆ ਜਾਣ, ਰੋਜ਼ ਗੁਰੂ ਸਾਡੇ ਸ਼ੰਕੇ ਨਿਵਰਤ ਕਰੇਗਾ, ਭਾਈ ਸਾਡੇ ਸਵਾਲਾਂ ਦੇ ਜਵਾਬ ਦੇਏਗਾ। ਕਹਿੰਦੇ ਮਹਾਰਾਜ ਜੀ, ਤੁਸੀਂ ਸੰਗਤ ਨੂੰ ਵੇਖ ਕੇ ਇੰਨੀ ਛੇਤੀ ਉੱਠ ਕੇ ਕਿਉਂ ਖੜੇ ਹੋਏ, ਵੀ ਸਾਟੀ ਲਵਾ ਲਈ? ਗੁਰੂ ਸਾਹਿਬ ਜੀ ਕਹਿੰਦੇ, ਭਾਈ ਸਿੱਖੋ, ਸੰਗਤ ਬਾਣੀ ਪੜ੍ਹਦੀ ਆ ਰਹੀ ਸੀ ਤੇ ਅਸੀਂ ਬਾਣੀ ਦੇ ਸਤਿਕਾਰ ਵਿੱਚ ਉੱਠ ਕੇ ਖੜੇ ਹੋਏ। ਤੇ ਉਹਨਾਂ ਨੇ ਇੱਕ ਅਗਲਾ ਸਵਾਲ ਫੇਰ ਕੀਤਾ ਜੀ। ਕਹਿੰਦੇ ਮਹਾਰਾਜ, ਬਾਣੀ ਵੀ ਤੁਹਾਡੀ, ਤੁਸੀਂ ਗੁਰੂ ਨਾਨਕ ਜੋਤ ਹੋ, ਗੁਰੂ ਵੀ ਤੁਸੀਂ ਤੇ ਬਾਣੀ ਵੀ ਤੁਸੀਂ। ਬਾਣੀ ਵੀ ਤੁਹਾਡੇ ਹਿਰਦੇ ਚੋਂ ਪ੍ਰਗਟ ਹੋਈ, ਗੁਰੂ, ਕਿਉਂਕਿ ਗੱਲ ਸਰੀਰ ਦੇ ਬਦਲਣ ਦੀ ਨਹੀਂ ਨਾ, ਗੱਲ ਤੇ ਜੋਤ ਦੀ ਹੈ। ਤੁਹਾਡੇ ਹਿਰਦੇ ਚੋਂ ਬਾਣੀ ਪ੍ਰਗਟ ਹੋਈ ਤੇ ਤੁਸੀਂ ਗੁਰੂ ਜੋਤ ਦੇ ਵਾਰਸ। ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕਿਹਾ ਸੀ ਕਿ ਕਾਇਆ ਨਾਲੋਂ ਬਾਣੀ ਦਾ ਰੁਤਬਾ ਉੱਚਾ ਹੈ। ਜਿਹੜੀ ਗੱਲ ਗੁਰੂ ਅਰਜਨ ਸਾਹਿਬ ਨੇ ਕਹੀ ਸੀ ਨਾ, ਕਿ ਸਾਡੇ ਸਰੀਰ ਨਾਲੋਂ ਬਾਣੀ ਦਾ ਅਦਬ ਜ਼ਿਆਦਾ ਕਰਨਾ। ਮਮ ਸਰੀਰ ਸਰੂਪ ਜਾਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਰੇ। ਰੱਬ ਜਾਣ ਕੇ ਪੋਥੀ ਪਰਮੇਸ਼ਰ ਕਾ ਥਾਨ ਕਿਆ। ਹੁਣ ਆਪ ਭੁਗਤ ਗਿਆਨ ਮਹਾਰਾਜ ਨੇ ਸਿੱਖਾਂ ਨੂੰ ਬਖਸ਼ਿਆ। ਸਾਧ ਸੰਗਤ ਜੀ, ਸਰੀਰ ਸਤਿਗੁਰੂ ਕਹਿੰਦੇ ਇੱਕ ਸਾਧਨ ਹੈ, ਇੱਕ ਵਹੀਕਲ ਹੈ। ਸਿੱਖਾਂ ਨੂੰ ਮਤਲਬ ਕੀ, ਕਿ ਸ਼ਬਦ ਦੇ ਲੜ ਲਾਇਆ, ਬਾਣੀ ਦੇ ਲੜ ਲਾਇਆ। ਤੇ ਵਾਕਈ ਜਿਨ੍ਹਾਂ ਕੋਲ ਭੁਗਤ ਗਿਆਨ ਹੈ, ਉਹ ਇੰਨੀ ਤਾਕਤ ਹੈ ਨਾ ਉਹਦੇ ਵਿੱਚ, ਉਹ ਮਨ ਨੂੰ ਜਿੱਤਣ ਦੀ। ਇੱਕ ਤੇ ਸਰੀਰ ਨੂੰ ਬਲਵਾਨ ਕੀਤਾ, ਸਰੀਰ ਦੂਜੇ ਤਗੜੇ ਬੰਦੇ ਨੂੰ ਜਿੱਤ ਲਏਗਾ, ਤਗੜੇ ਰਾਜੇ ਨੂੰ ਜਿੱਤ ਲਏਗਾ, ਪਰ ਉਹ ਮਨ ਨੂੰ ਨਹੀਂ ਜਿੱਤ ਸਕਦਾ। ਬੜੇ ਬੜੇ ਪਹਿਲਵਾਨ ਸਰੀਰ ਤੋਂ, ਮਨ ਤੋਂ ਹਾਰ ਗਏ। ਜੋਗੀਆਂ ਨੂੰ ਸਤਿਗੁਰੂ ਜੀ ਨੇ ਕਿਹਾ, ਆਹ ਹੈ ਭੁਗਤ ਗਿਆਨ, ਇਹਨੂੰ ਵੰਡਣ ਦੀ ਜਾਚ ਸਿੱਖੋ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਦੇ ਕੌਤਕ ਬੜੇ ਬੜੇ ਪਿਆਰੇ। ਸਾਧ ਸੰਗਤ ਜੀ, ਇੰਨੇ ਪਰਉਪਕਾਰੀ ਮਹਾਰਾਜ। ਇੱਕ ਬੇਨਤੀ ਕਰ ਲਵਾਂ, ਥੋੜਾ ਜਿਹਾ ਸਮਾਂ, ਸ਼ਬਦ ਕੱਲ ਨੂੰ ਵਿਚਾਰਾਂਗੇ। ਕੀਰਤਪੁਰ ਸਾਹਿਬ ਆਪ ਜੀ ਨੂੰ ਪਤਾ ਹੈ, ਪਹਾੜੀ ਇਲਾਕਾ ਹੈ। ਉਸ ਵੇਲੇ ਜੰਗਲ ਜ਼ਿਆਦਾ ਸੰਘਣੇ ਸੀ, ਅੱਜ ਤੇ ਵੱਸੋਂ ਹੋ ਗਈ, ਖੇਤ ਬਣ ਗਏ। ਉਦੋਂ ਵੱਸੋਂ ਨਹੀਂ ਸੀ, ਦੂਰ ਜੰਗਲ 'ਚ ਇੱਕ ਸ਼ਹਿਰ ਮਹਾਰਾਜ ਨੇ ਵਸਾਇਆ ਸੀ। ਉਸ ਤੋਂ ਅੱਗੇ ਫੇਰ ਅੱਗੇ ਦੁਰਾਡੇ ਦੂਰ ਦੂਰ ਜਾ ਕੇ ਜੰਗਲਾਂ 'ਚ ਵੱਸੋਂ ਸੀ। ਤੇ ਜੰਗਲ ਦੇ ਉੱਚੀ ਪਹਾੜੀ ਉੱਤੇ ਇੱਕ ਮਾਤਾ ਹੈ, ਉਹਦਾ ਨਾਂ ਹੈ ਮਾਈ ਤਾਬੋ। ਪ੍ਰੇਮ ਦੀ ਮੂਰਤ, ਗੁਰੂ ਦੀ ਨਾ ਕੀਰਤੀ ਏਦਾਂ ਸੁਣੀ ਜਿੱਦਾਂ ਤੁਸੀਂ ਸੁਣ ਰਹੇ ਹੋ। ਗੁਰੂ ਇੰਨੇ ਕੋਮਲ ਹਿਰਦੇ ਵਾਲਾ ਕਿ ਉਹ ਫੁੱਲ ਟੁੱਟਣ ਤੇ ਵੀ ਦੁਖੀ ਹੋ ਜਾਂਦਾ। ਇੰਨਾ ਕੋਮਲ ਹਿਰਦਾ, ਕਿੰਨਾ ਪਿਆਰ ਹੈ ਜੀ ਸਤਿਗੁਰੂ ਜੀ ਨੇ ਸਿੱਖੀ ਅੰਦਰ ਜੋ ਸਾਨੂੰ ਸਿਖਾਇਆ। ਕਾਸ਼ ਗੁਰੂ ਕਰੇ ਸਾਡੇ ਹਿਰਦੇ ਵਿੱਚ ਉਹ ਸਿੱਖਿਆ ਵਰਤ ਸਕੇ। ਜਾਣਕਾਰੀ ਹੋਣੀ ਹੋਰ ਚੀਜ਼ ਹੈ, ਇਨਫੋਰਮੇਸ਼ਨ ਹੋਣੀ ਹੋਰ ਚੀਜ਼ ਹੈ, ਪਰ ਉਹਦਾ ਵਰਤਣਾ ਹੋਰ ਚੀਜ਼ ਹੈ। ਸਾਧ ਸੰਗਤ, ਮਾਤਾ ਤਾਬੋ ਨੇ ਕੀਰਤੀ ਸੁਣੀ ਤੇ ਅੰਦਰ ਇੱਕ ਚਾਹਤ ਜਾਗੀ ਵੀ ਸੱਚੇ ਪਾਤਸ਼ਾਹ ਜੀ ਕਿਤੇ ਆਉਣ, ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਬਚਨ ਸੁਣਾ, ਉਹਨਾਂ ਦੀ ਸੇਵਾ ਕਰਾਂ। ਸਰੀਰ ਬਿਰਧ, ਰਾਹ ਖਹਿੜੇ ਹੈ ਨਹੀਂ, ਤੇ ਘਰ 'ਚ ਗਰੀਬੀ। ਚੌਂਪੜੀਆਂ ਹੀ ਸੀ ਉਦੋਂ ਜੰਗਲਾਂ 'ਚ, ਕੱਖਾਂ ਦੀਆਂ ਕੁੱਲੀਆਂ, ਕਿਹੜੇ ਮਕਾਨ ਸੀ। ਜੰਗਲ ਦੇ ਵਿੱਚ ਇੱਕ ਘਾਹ ਉੱਗਦਾ, ਰੋਹੀ ਜੀ ਜ਼ਮੀਨ ਵਿੱਚ, ਮੱਡਲ ਕਹਿੰਦੇ ਉਹਨੂੰ। ਉਹਨੂੰ ਕੁੱਟ ਕੇ ਉਹਦੇ ਦਾਣੇ ਜਿਹੜੇ ਨਾ, ਅੱਜ ਵੀ ਜੰਮੂ ਦੇ ਇਲਾਕੇ ਦੇ ਵਿੱਚ, ਖੁਸ਼ਕ ਇਲਾਕੇ ਦੇ ਵਿੱਚ, ਮੈਂ ਕੁਝ ਘਰਾਂ ਦੇ ਵਿੱਚ ਅੱਜ ਤੋਂ 30 ਕੁ ਸਾਲ ਪਹਿਲਾਂ ਮੈਂ ਰੋਟੀ ਪੱਕਦੀ ਵੇਖੀ ਮੱਡਲ ਦੀ। ਉਹਦੀ ਖਾਸੀਅਤ ਇਹ ਹੁੰਦੀ ਸੀ ਵੀ ਉਹਨੂੰ ਜੇ ਗਰਮ ਗਰਮ ਖਾ ਲਓ ਤੇ ਖਾਧੀ ਜਾਂਦੀ ਹੈ, ਜੇ ਠੰਡੀ ਹੋ ਗਈ ਤੇ ਉਹ ਆਕੜ ਜਾਂਦੀ ਹੈ, ਮੂੰਹ ਛਿੱਲ ਦਿੰਦੀ, ਖਾ ਨਹੀਂ ਹੁੰਦੀ। ਹੁਣ ਉਹ ਗਰੀਬਣੀ ਏਦਾਂ ਗੁਜ਼ਾਰਾ ਕਰਦੀ ਹੈ, ਪਰ ਪ੍ਰੇਮ ਇੰਨਾ। ਗੁਰੂ ਹਰਿ ਸਾਹਿਬ ਜੀ ਹਜ਼ੂਰ ਨੂੰ ਯਾਦ ਕਰਦਿਆਂ
ਦਿਨ ਰਾਤ ਸੁਰਤ ਗੁਰੂ ਦੀ ਯਾਦ ਵਿੱਚ। ਤੇ ਜੋ ਇਤਿਹਾਸ ਦੀ ਸਾਖੀ ਸਾਨੂੰ ਦੱਸਦੀ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ 2200 ਘੋੜ ਸਵਾਰ ਯੋਧੇ, ਸੂਰਮੇ, ਸ਼ਸਤਰਧਾਰੀ, ਚੋਟੀ ਦੇ ਯੋਧੇ, ਚੋਟੀ ਦੇ ਘੋੜੇ। ਤੇ ਰੋਜ਼ ਗੁਰੂ ਸਾਹਿਬ ਜੀ ਜਦੋਂ ਕਿਤੇ ਨਿਕਲਦੇ ਸ਼ਿਕਾਰ ਤੇ ਜੀਵਾਂ ਨੂੰ ਫੜਦੇ ਤੇ ਜੁੰਦਿਆਂ ਨੂੰ ਲਿਆ ਕੇ ਆਪਣੇ ਬਾਗ 'ਚ ਰੱਖਦੇ। ਰੋਜ਼ ਦਾ ਨੇਮ ਸੀ ਮਹਾਰਾਜ ਦਾ ਵੀ ਸਵੇਰ ਦੇ ਦੀਵਾਨ ਦੀ ਸਮਾਪਤੀ ਹੋਣੀ, ਥੋੜਾ ਬਹੁਤਾ ਜਲ ਪਾਣੀ ਛਕਣਾ, ਫਿਰ ਸ਼ਿਕਾਰ ਤੇ ਨਿਕਲਣਾ, ਫਿਰ ਆ ਕੇ ਇਸ਼ਨਾਨ ਕਰਨਾ, ਫਿਰ ਪ੍ਰਸ਼ਾਦਾ ਛਕਣਾ, ਫਿਰ ਆਰਾਮ ਕਰਨਾ ਤੇ ਫਿਰ ਸੰਧਿਆ ਦਾ ਦੀਵਾਨ ਲੱਗਣਾ। ਤੇ ਜਿੰਨੇ ਜੀਵ ਮਿਲਨੇ ਤੇ ਉਹਨਾਂ ਨੂੰ ਜਿਉਂਦੇ ਸਾਂਭ ਕੇ ਰੱਖਣਾ ਬਾਗ ਦੇ ਅੰਦਰ। ਬੜੇ ਬੜੇ ਸੋਹਣੇ ਜੀਵ ਰੱਖੇ ਹੋਏ ਸੀ। ਅੱਜ ਵੀ ਮਹਾਰਾਜ ਜੀ ਨੇਮ ਨਾਲ ਨਿਕਲੇ, ਜਲ ਪਾਣੀ ਛਕ ਲਿਆ, ਥੋੜਾ ਬਹੁਤਾ ਚੱਲੇ। ਇੰਨਾ ਘੋੜਾ ਭਜਾਇਆ ਕਿ ਜਿਹੜੇ ਸਾਥੀ ਸਿੱਖ ਸੀ ਉਹ ਪਿੱਛੇ ਰਹਿ ਗਏ ਘੋੜਿਆਂ ਤੇ। ਮਹਾਰਾਜ ਘੋੜਾ ਭਜਾ ਕੇ ਸਰਪੱਟ ਬਹੁਤ ਅੱਗੇ ਨਿਕਲ ਗਏ, ਪਹਾੜੀ ਇਲਾਕਾ, ਪਗਡੰਡੀਆਂ, ਛੇਤੀ ਛੇਤੀ ਚੱਲਦੇ ਚੱਲਦੇ। ਤੇ ਜਦੋਂ ਉਹਨੂੰ ਸਿੱਖ ਪਹੁੰਚੇ ਨਾ, ਉਦੋਂ ਨੂੰ ਕੀ ਵੇਖਦੇ ਆ ਵੀ ਹਜ਼ੂਰ ਇੱਕ ਕੱਖਾਂ ਦੀ ਝੌਂਪੜੀ ਦੇ ਸਾਹਮਣੇ ਖੜੇ ਆ, ਘੋੜੇ ਤੇ ਹੀ ਸਵਾਰ ਮਹਾਰਾਜ ਸੱਚੇ ਪਾਤਸ਼ਾਹ। ਤੇ ਜਦੋਂ ਉਹਨੂੰ ਸਿੱਖ ਪਹੁੰਚੇ ਉਦੋਂ ਨੂੰ ਇਹ ਕਲਾ ਵਰਤ ਚੁੱਕੀ ਸੀ। ਗੁਰੂ ਸਾਹਿਬ ਜੀ ਦੇ ਹੱਥ ਉੱਤੇ ਕੋਧਰੇ ਦਾ ਉਹ ਮੱਡਲ ਦਾ ਪ੍ਰਸ਼ਾਦਾ, ਸੁੱਕਿਆ ਆਕੜਿਆ ਹੋਇਆ, ਤੇ ਹੱਥ ਵਿੱਚ ਗੁੜ ਦੀ ਇੱਕ ਢੇਲੀ ਫੜੀ ਹੈ। ਕਦੀ ਪ੍ਰਸ਼ਾਦੇ ਨੂੰ ਟੱਕੀ ਵੜਦੇ ਆ, ਕਦੀ ਗੁੜ ਨੂੰ ਟੱਕੀ ਵੜਦੇ। ਮੰਜ਼ਰ ਕੀ ਸੀ ਸਮਝ ਨਹੀਂ ਆਇਆ। ਸਿੱਖਾਂ ਨੇ ਇੰਨਾ ਕੁ ਨਜ਼ਾਰਾ ਵੇਖਿਆ, ਪਰ ਛਕਣ ਤੋਂ ਇਹ ਪਤਾ ਲੱਗਿਆ ਵੀ ਮਹਾਰਾਜ ਇੰਨੇ ਰਸ ਨਾ ਛਕ ਰਹੇ ਆ। ਤੇ ਰਸ ਕਦੋਂ ਆਉਂਦਾ? ਜਦੋਂ ਭੁੱਖ ਬਹੁਤ ਲੱਗੀ ਹੋਵੇ। ਫਿਰ ਰੁੱਖੀ ਰੋਟੀ ਵੀ ਬੰਦਾ ਬੜੇ ਆਨੰਦ ਨਾਲ ਕਹਿੰਦਾ ਵਾਹ ਵਾਹ। ਮਾਤਾ ਤਾਬੋ ਜਿਹੜੀ ਤਰਲੇ ਲੈਂਦੀ ਸੀ, ਸਤਿਗੁਰੂ ਜੀ ਦਰਸ਼ਨ ਦੇਣ, ਬਚਨ ਸੁਣਾ, ਸੇਵਾ ਕਰਾਂ। ਪ੍ਰੇਮ 'ਚ ਬਹੁਤ ਤਾਕਤ ਹੈ ਸਾਧ ਸੰਗਤ। ਪਿੱਛੇ ਪਿੱਛੇ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਪਾਛਾ ਲੱਗ ਗਿਆ ਹਰ ਫਿਰੈ ਕਹਿਤ ਕਬੀਰ ਕਬੀਰ। ਉਹਦੇ ਮਗਰ ਮਗਰ ਤੁਰਿਆ ਫਿਰਦਾ ਜੀ। ਸਤਿਗੁਰੂ ਜੀ ਆਵਾਜ਼ ਦੇ ਕੇ ਬੁਲਾਉਂਦੇ ਆ ਮਾਂ ਤਾਬੋ ਨੂੰ, ਤੇ ਜੋ ਅੰਦਰ ਦੀ ਭਾਵਨਾ ਸੀ ਉਹ ਪੂਰੀ ਹੋਈ। ਜੋ ਪੱਕਿਆ ਸੀ ਘਰ 'ਚ, ਛਾਬੜੀ ਵਿੱਚ ਸੁੱਕੀ ਰੋਟੀ ਹੈ, ਲਿਆ ਕੇ ਹਜ਼ੂਰ ਮਾਰੇ, ਕਹਿੰਦੇ ਭੁੱਖ ਲੱਗੀ ਮਾਤਾ ਲਿਆ। ਘਰ ਵਿੱਚ ਕੋਈ ਸਬਜ਼ੀ ਭਾਜੀ ਨਹੀਂ, ਗਰੀਬਣੀ ਦੇ ਗੁੜ ਦੀ ਦਿੱਤੀ ਇੱਕ ਢੇਲੀ, ਤੇ ਮਹਾਰਾਜ ਰਸ ਲੈ ਲੈ ਕੇ ਛਕ ਰਹੇ ਆ। ਹੁਣ ਅਸਲ 'ਚ ਭੁੱਖ ਕਿਹਨੂੰ ਲੱਗੀ ਸੀ? ਮਾਂ ਤਾਬੋ ਨੂੰ। ਤੇ ਛਕ ਗੁਰੂ ਸਾਹਿਬ ਰਹੇ ਨੇ। ਉਹ ਜਿਹੜੀ ਪ੍ਰੇਮ ਦੀ ਭੁੱਖ ਸੀ, ਉਧਰ ਤ੍ਰਿਪਤੀ ਹੋ ਰਹੀ ਹੈ। ਵੇਖਣ ਵਾਲਿਆਂ ਵਾਸਤੇ ਤੇ ਸ਼ਾਇਦ ਸਧਾਰਨ ਜੀ ਗੱਲ ਹੋਵੇ। ਨਿਹਾਲ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਨੂੰ ਭੁਗਤ ਗਿਆਨ ਮਿਲਦਾ ਨਾ ਜੀ, ਸੱਚੀ ਮੁੱਚੀ ਉਹ ਗਿਆਨ ਦਾ ਭੋਜਨ ਫਿਰ ਪ੍ਰਸ਼ਾਦੇ ਦੀਆਂ ਭੁੱਖਾਂ ਤੋਂ ਬਹੁਤ ਉੱਚਾ ਲੈ ਜਾਂਦਾ ਜੀ। ਭੋਜਨ ਸਤਿਗੁਰੂ ਜੀ ਛਕ ਰਹੇ ਆ, ਤ੍ਰਿਪਤੀ ਮਾਤਾ ਤਾਬੋ ਦੀ ਹੋ ਰਹੀ। ਅੰਦਰ ਸੋਝੀ ਆ ਗਈ ਨਾ ਜੀ, ਜੋ ਛਕਣਾ ਸੀ ਉਹ ਛਕ ਲਿਆ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਜਿਹਨੂੰ ਪਾ ਕੇ ਬੁੱਝ ਗਈ ਪਿਆਸ, ਸ਼ਾਂਤ ਹੋ ਗਏ। ਹੁਣ ਅਗਲੀ ਜਿਹੜੀ ਘਟਨਾ ਵਾਪਰਦੀ ਹੈ, ਅਗਲੇ ਦਿਨ ਫਿਰ ਮਹਾਰਾਜ ਜੀ ਜਦੋਂ ਚੱਲੇ ਨੇਮ ਨਾਲ, ਉਹੀ ਵਕਤ ਹੋਇਆ, ਘੋੜੇ ਤੇ ਸਵਾਰ ਫਿਰ ਰਹੇ ਆ ਜੰਗਲ 'ਚ, ਤੇ ਸਿੱਖ ਆਵਾਜ਼ ਦੇ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ ਆ ਜਾਓ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿਣ ਲੱਗੇ ਵੀ ਪ੍ਰਸ਼ਾਦਾ ਤੁਹਾਨੂੰ ਪਤਾ, ਅਸੀਂ ਜਾ ਕੇ ਇਸ਼ਨਾਨ ਕਰਕੇ ਵਸਤਰ ਬਦਲ ਕੇ ਫਿਰ ਭੋਜਨ ਛਕਾਂਗੇ, ਫਿਰ ਆਰਾਮ ਕਰਾਂਗੇ। ਸਿੱਖ ਕਹਿੰਦੇ ਮਹਾਰਾਜ ਕੱਲ ਤੁਹਾਨੂੰ ਇਸ ਵੇਲੇ ਭੁੱਖ ਲੱਗ ਗਈ ਸੀ, ਤੁਸੀਂ ਮੰਗ ਕੇ ਉਹ ਛੱਪਰ 'ਚੋਂ ਛਕਿਆ, ਰੁੱਖਾ ਖਾਧਾ, ਘੋੜੇ ਤੇ ਸਵਾਰ ਹੀ ਖਾ ਲਿਆ, ਤੁਹਾਨੂੰ ਇੰਨੀ ਭੁੱਖ ਲੱਗੀ ਸੀ, ਤੇ ਅਸੀਂ ਅੱਜ ਨਾਲ ਹੀ ਬੰਨ੍ਹ ਕੇ ਲੈ ਆਏ ਕਿ ਉਹ ਵੇਲਾ ਹੋਏਗਾ ਤੇ ਫਿਰ ਛਕ ਲੈਣਗੇ। ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਭਲਿਓ, ਉਹ ਭੁੱਖ ਭੋਜਨ ਦੀ ਨਹੀਂ ਸੀ। ਭੁੱਖ ਇਕੱਲੀ ਭੋਜਨ ਦੀ ਨਹੀਂ ਹੁੰਦੀ। ਗੋਬਿੰਦ ਭਾਉ ਭਗਤ ਦਾ ਭੁੱਖਾ। ਕਾਸ਼ ਕਿਤੇ ਉਹ ਸੋਝੀ, ਉਹ ਗਿਆਨ ਦਾ ਭੋਜਨ ਸਾਨੂੰ ਵੀ ਨਸੀਬ ਹੋਵੇ ਸਾਧ ਸੰਗਤ। ਜਿਨ ਭੁੱਖਾਂ ਤੇਰੀ ਨਦਰ, ਤੇਰੀ ਬਖਸ਼ਿਸ਼, ਤੇਰੀ ਦਿੱਤੀ ਹੋਈ ਇੱਕ ਗਰਾਹੀ, ਇੱਕ ਕਿਣਕਾ, ਇੱਕ ਜਿਸ ਜੀ ਬਸਾਵੈ। ਤੇਰਾ ਦਿੱਤਾ ਇੱਕ ਕਤਰਾ ਨਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਤਾਂ ਸਾਰੀ ਜ਼ਿੰਦਗੀ ਭੋਜਨ ਖਾਂਦੇ ਰਹੇ, ਨਾ ਅੱਖਾਂ ਤ੍ਰਿਪਤ ਹੋਈਆਂ, ਨਾ ਕੰਨ ਤ੍ਰਿਪਤ ਹੋਏ, ਨਾ ਜੀਭ ਤ੍ਰਿਪਤ ਹੋਈ।
ਤੇਰਾ ਦਿੱਤਾ ਹੋਇਆ ਭੁਗਤ ਗਿਆਨ ਦਾ ਇੱਕ ਕਤਰਾ ਜ਼ਿੰਦਗੀ ਦੀਆਂ ਭੁੱਖਾਂ ਮਿਟਾ, ਜਨਮਾਂ ਦੀਆਂ ਭੁੱਖਾਂ ਮਿਟਾ ਦਿੰਦਾ ਜੀ। ਮਾਤਾ ਤ੍ਰਿਪਤ ਹੋਈ। ਪ੍ਰੇਮ ਦਾ ਭੁੱਖਾ ਪਾਤਸ਼ਾਹ ਇੱਕ ਪੂਰਨੇ ਪਾ ਕੇ ਸਾਨੂੰ ਦੱਸ ਰਿਹਾ ਕਿ ਗੁਰੂ ਤੇ ਪਿੱਛੇ ਪਿੱਛੇ ਫਿਰਦਾ ਸਿੱਖਾ, ਯਾਦ ਤੇ ਕਰਕੇ ਵੇਖ। ਬੇਅੰਤ ਕਲਾ ਵਰਤੀਆਂ ਸਾਧ ਸੰਗਤ। ਮਹਾਰਾਜ ਕਿਰਪਾ ਕਰਨ। ਸਤਿਗੁਰੂ ਜੀ ਦੇ ਲੰਗਰ ਚੋਂ ਜਿੱਥੇ ਅਸੀਂ ਚੰਗੇ ਭੋਜਨ ਛਕਦੇ ਹਾਂ, ਉੱਥੇ ਸਿਰਫ ਇਹ ਨਾ ਕਹੀਏ ਕਿ ਜੋਗੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਆਹ ਭੋਜਨ ਖਾਓ। ਸਾਡੇ ਵਾਸਤੇ ਪਰੋਸਿਆ ਮਹਾਰਾਜ ਨੇ ਥਾਲ, ਤੇ ਇਸ ਥਾਲ ਵਿੱਚੋਂ ਜੇ ਅਸੀਂ ਗਰਾਹੀ ਛਕਾਂਗੇ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਰ ਜਨਮ ਨਾ ਆਵਾ। ਗੱਲ ਹੀ ਨਿਬੜ ਗਈ ਸਾਧ ਸੰਗਤ, ਗੇੜੇ ਹੀ ਮੁੱਕ ਗਏ। ਸਾਰਿਆਂ ਉੱਤੇ ਹਜ਼ੂਰ ਦੀ ਕਿਰਪਾ ਹੋਵੇ। ਇਸ ਤੋਂ ਅਗਲੀ ਜੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਪੌੜੀ 'ਚ, ਕੱਲ ਨੂੰ ਵਿਚਾਰ ਸਕੀਏ। ਭੁੱਲਾਂ ਬਖਸ਼ਣੀਆਂ, ਸੀਸ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।